ਸੰਧੂ ਸਾਹਿਬ, ਪੰਜਾਬ ਦੇ ਵਿੱਚ ਚੋਣਾਂ ਆ ਗਈਆਂ ਨੇ ਤੇ ਇਸ ਚੋਣਾਂ ਦੇ ਮੌਸਮ ਦੇ ਵਿੱਚ ਰਾਮ ਰਹੀਮ ਨੂੰ ਫਰਲੋ ਮਿਲ ਜਾਣੀ। ਸੋ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹਦੇ ਪਿੱਛੇ ਕੁਝ ਨਾ ਕੁਝ ਰਾਜਨੀਤੀ ਤਾਂ ਜ਼ਰੂਰ ਹੈ। ਲੋਕਾਂ ਦਾ ਕਹਿਣਾ ਠੀਕ ਹੋ ਸਕਦਾ ਹੈ, ਲੋਕਾਂ ਦੇ ਅੰਦਾਜ਼ੇ ਵੀ ਹੋ ਸਕਦੇ ਨੇ, ਮੀਡੀਆ ਵਾਲੇ ਵੀ ਇਹਦੇ ਬਾਰੇ ਆਪਣੇ ਕਿਆਸ ਰਾਈਆਂ ਲਾਉਂਦੇ ਨੇ, ਜਿਹੜੇ ਕੋਈ ਸਿਆਸੀ ਪੰਡਤ ਨੇ, ਸਿਆਸੀ ਮਾਹਰ ਨੇ, ਉਹ ਵੀ ਆਪਣੀ ਸੋਚ ਰੱਖਦੇ ਨੇ। ਪਰ ਕਈ ਵਾਰ ਨਾ ਕੁਝ ਇਸ ਤਰ੍ਹਾਂ ਦੇ ਸਿਗਨਲ ਮਿਲਦੇ ਨੇ, ਕੋਈ ਇਸ ਤਰ੍ਹਾਂ ਦੇ ਇਸ਼ਾਰੇ ਮਿਲਦੇ ਨੇ ਜਿਹੜੇ ਗੱਲ ਨੂੰ ਕਿਸੇ ਹੱਦ ਤੱਕ ਕਲੀਅਰ ਕਰ ਜਾਂਦੇ ਨੇ ਜੀ। ਇਸ ਮਾਮਲੇ ਦੇ ਵਿੱਚ ਵੀ ਕੁਝ ਸਿਗਨਲ ਮਿਲੇ ਸੀ। 2 ਦਿਨ ਪਹਿਲਾਂ ਹਰਿਆਣਾ ਦੇ ਜੇਲ੍ਹ ਮੰਤਰੀ ਦਾ ਬਿਆਨ ਆਇਆ ਕਿ ਜਿਹੜੀ ਪੈਰੋਲ ਹੈ ਇਹ ਤੇ ਕੋਈ ਵੀ ਬੰਦਾ ਲੈ ਸਕਦਾ ਹੈ ਜੀ, ਕੋਈ ਵੀ ਇਹਦਾ ਜਿਹੜਾ ਜੇਲ੍ਹ ਦੇ ਵਿੱਚ ਆਦਮੀ ਬੰਦ ਹੈ ਉਹ ਇਹਦਾ ਹੱਕਦਾਰ ਹੈ ਤੇ ਉਹ ਰਿਹਾ ਹੋ ਸਕਦਾ ਹੈ, ਉਹਦਾ ਹੱਕ ਹੈ ਪੈਰੋਲ ਦੇ ਉੱਤੇ ਜਾਣਾ। ਰਣਜੀਤ ਸਿੰਘ ਚੌਟਾਲਾ ਹੋਰਾਂ ਨੇ ਕਿਹਾ 2 ਦਿਨ ਪਹਿਲਾਂ, ਤੇ ਉਸ ਤੋਂ 2 ਦਿਨ ਬਾਅਦ ਹੀ ਉਹਨਾਂ ਦੇ ਜਿਹੜੀ ਪੈਰੋਲ ਵਾਲੀ ਐਪਲੀਕੇਸ਼ਨ ਸੀ ਉਹਦੇ ਉੱਤੇ ਦਸਤਖਤ ਹੋਏ ਆ ਸਰਕਾਰ ਦੇ। ਉਹਦੇ ਤੋਂ ਬਾਅਦ ਉਹਨਾਂ ਦੀ ਫਿਰ 2 ਦਿਨ ਬਾਅਦ ਰਿਹਾਈ ਹੋਈ। ਦੂਜੀ ਗੱਲ, ਹਰਿਆਣਾ ਦੇ ਮੁੱਖ ਮੰਤਰੀ ਖੱਟੜ ਸਾਹਿਬ ਜਿਹੜੇ ਆ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਵੀ ਕਹਿਣੀ ਪਈ ਕਿ ਨਹੀਂ ਜੀ ਨਹੀਂ, ਜਿਹੜਾ ਸਿਰਸਾ ਡੇਰਾ ਦੇ ਜਿਹੜੇ ਮੁਖੀ ਨੇ ਰਾਮ ਰਹੀਮ, ਗੁਰਮੀਤ ਰਾਮ ਰਹੀਮ, ਉਹਨਾਂ ਦੀ ਰਿਹਾਈ ਦਾ ਕੋਈ ਚੋਣਾਂ ਦੇ ਨਾਲ ਸੰਬੰਧ ਨਹੀਂ ਹੈ, ਕੋਈ ਚੁਣਾਵੀ ਕਨੈਕਸ਼ਨ ਨਹੀਂ ਹੈ। ਇਹ ਗੱਲ ਉਹਨਾਂ ਨੂੰ ਕਿਉਂ ਕਹਿਣੀ ਪਈ? ਨਾ ਉਹਨਾਂ ਤੋਂ ਕਿਸੇ ਨੇ ਇਹ ਸਵਾਲ ਪੁੱਛਿਆ ਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਉਸ ਤੋਂ ਪਹਿਲਾਂ ਚਰਚਾ ਛਿੜਿਆ ਸੀ। ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਉਹਨਾਂ ਨੂੰ ਇੱਕਦਮ ਹੀ ਇਹ ਸਫਾਈ ਦੇਣੀ ਪਈ ਕਿ ਇਹਦਾ ਚੋਣਾਂ ਦਾ ਕਨੈਕਸ਼ਨ ਨਹੀਂ ਹੈਗਾ ਕੋਈ। ਮਤਲਬ ਇਹ ਹੈ ਕਿ ਚੋਣਾਂ ਦਾ ਕਨੈਕਸ਼ਨ ਹੈਗਾ, ਮਤਲਬ ਇਹ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਦੂਜੀ ਗੱਲ, ਰਿਹਾ ਹੋਣ ਦੀ ਸੂਚਨਾ ਜਿਹੜੀ ਹੈ ਉਹ ਡੇਰਾ ਸਿਰਸਾ ਦੇ ਵਿੱਚ ਪਹੁੰਚਦੀ ਹੈ। ਡੇਰਾ ਸਿਰਸਾ ਤੋਂ 10 ਗੱਡੀਆਂ ਦਾ ਕਾਫਲਾ ਲੈਣ ਲਈ ਉਹਨਾਂ ਨੂੰ ਜਿਹੜੀ ਸੁਨਾਰੀਆ ਜੇਲ੍ਹ ਆ ਉਹਦੇ ਵਿੱਚ ਪਹੁੰਚਦਾ, ਔਰ ਉਹ 10 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਜਾਂਦਾ ਹੈ। ਬੜੇ ਸ਼ਾਨੋ ਸ਼ੌਕਤ ਦੇ ਨਾਲ ਉਹ ਆਪਣੇ ਡੇਰੇ 'ਚ ਪਹੁੰਚਦੇ ਨੇ। ਫਿਰ ਇੱਕ ਬਿਆਨ ਜਿਹੜਾ ਨਾ ਵਾਸੂ ਜੀ ਉਹ ਡੇਰੇ ਤੋਂ ਵੀ ਆ ਜਾਂਦਾ। ਡੇਰੇ ਦੇ ਵਿੱਚ ਜਿਹੜੇ ਉਹਨਾਂ ਦੇ ਮੁਖੀ ਨੇ, ਬਕਾਇਦਾ ਇੱਕ ਉਹਨਾਂ ਦਾ ਚੋਣ ਵਿੰਗ ਵੀ ਉੱਥੇ ਬਣਿਆ ਹੋਇਆ ਡੇਰੇ ਦੇ ਵਿੱਚ। ਅੱਛਾ ਜੀ। ਔਰ ਉਹ ਸਾਰਿਆਂ ਦਾ ਇਹ ਕਹਿਣਾ ਜੀ ਅਸੀਂ ਅਜੇ ਕੋਈ ਫੈਸਲਾ ਨਹੀਂ ਕੀਤਾ ਕਿ ਇਸ ਵਾਰੀ ਅਸੀਂ ਕਿਹਨੂੰ ਵੋਟ ਪਾਵਾਂਗੇ, ਪਰ ਜਲਦੀ ਹੀ ਅਸੀਂ ਇਹਦੇ ਬਾਰੇ ਜਿਹੜਾ ਨਾ ਫੈਸਲਾ ਕਰਾਂਗੇ। ਪਰ ਸਾਨੂੰ ਇਹ ਗੱਲ ਪੱਕੀ ਆ, ਸ਼ੋਰ ਹੈ ਕਿ ਅਸੀਂ ਇਕਜੁੱਟਤਾ ਨਾਲ ਵੋਟ ਪਾਵਾਂਗੇ। ਜਿਹਨੂੰ ਵੀ ਵੋਟ ਪਾਉਣੀ ਹੈ ਉਸ ਨੂੰ ਅਸੀਂ ਇਕੱਠੇ ਪਾਵਾਂਗੇ ਸਾਰੇ। ਮਤਲਬ ਜਿਹੜੀ ਉਹਨਾਂ ਦੀ ਲੱਖਾਂ ਵੋਟ ਹੈ ਉਹ ਸਾਰੀ ਦੀ ਸਾਰੀ ਜਿਹੜੀ ਆ ਸੋਚੀ ਸਮਝੀ ਗੱਲਬਾਤ ਦੇ ਅਧੀਨ ਜਿਹੜੀ ਆ ਉਹ ਕਿਸੇ ਇੱਕ ਪਾਰਟੀ ਨੂੰ ਜਾਏਗੀ। ਹੁਣ ਇਹ ਅੰਦਾਜ਼ਾ ਲਾਉਣਾ ਵੀ ਕੋਈ ਬਹੁਤ ਔਖਾ ਨਹੀਂ ਹੈ ਕਿ ਉਹ ਕਿਹੜੀ ਪਾਰਟੀ ਨੂੰ ਉਹਨਾਂ ਦੀ ਵੋਟ ਜਿਹੜੀ ਆ ਉਹ ਜਾ ਸਕਦੀ ਹੈ। ਹਰਿਆਣੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਕੇਂਦਰ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਪੰਜਾਬ ਵਿੱਚ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ, ਆਪਣੇ ਪੱਧਰ ਉੱਤੇ ਇਕੱਲੀ ਚੋਣਾਂ ਲੜ ਰਹੀ ਹੈ। ਇਸ ਵਾਰੀ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਲੜ ਰਹੀ ਹੈ। ਇਹ ਠੀਕ ਹੈ ਕਿ ਕੈਪਟਨ ਅਮਰਿੰਦਰ ਉਹਨਾਂ ਦੇ ਨਾਲ ਹੈ, ਪਰ ਉਹਦੇ ਬਹੁਤ ਥੋੜ੍ਹੀਆਂ ਸੀਟਾਂ ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਮਿਲੀਆਂ। ਬਹੁਤ ਸਾਰੀਆਂ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਨੇ। ਬਹੁਤ ਸਾਰੇ ਕੈਂਡੀਡੇਟ ਜਿਹੜੇ ਨੇ ਵੱਡੇ ਵੱਡੇ ਧੜੱਲੇਦਾਰ ਜਿਹੜੇ ਨੇ ਦੂਜੀਆਂ ਪਾਰਟੀਆਂ 'ਚੋਂ ਵੀ ਇੱਧਰ ਆਏ ਨੇ, ਜਿਹੜੇ ਕੱਲ੍ਹ ਤੱਕ ਕਾਂਗਰਸ ਦੇ ਨਾਲ ਸੀ, ਮੰਤਰੀ ਵੀ ਸੀ, ਅੱਜ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਆ ਚੁੱਕੇ ਨੇ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹਦੇ ਤੋਂ ਸਮਝੀਆਂ ਜਾ ਸਕਦੀਆਂ ਨੇ ਕਿ ਇਹਦੇ ਨਾਲ, ਕਿਉਂਕਿ ਬਹੁਤ ਵੱਡੇ ਸੰਗੀਨ ਜਿਹੜੇ ਅਪਰਾਧ ਆ ਉਹਨਾਂ ਦੇ ਵਿੱਚ, ਜਿਸ ਤਰ੍ਹਾਂ ਕਤਲ ਦਾ ਮਾਮਲਾ ਹੋਇਆ, ਜਿਸ ਤਰ੍ਹਾਂ ਰੇਪ ਦੇ ਮਾਮਲੇ ਹੋਏ, ਇਹਨਾਂ ਦੇ ਵਿੱਚ ਉਹ ਸਜ਼ਾ ਕੱਟ ਰਹੇ ਨੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ। ਤੇ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਰਿਹਾਈ ਦੇਣੀ, ਔਰ ਬਿਲਕੁਲ ਚੋਣਾਂ ਦੇ ਦੌਰਾਨ ਦੇਣੀ। ਆਪਾਂ ਜੇ ਇਹ ਗੱਲ ਮੰਨ ਲਈਏ ਕਿ ਹਾਂ ਜੀ ਇਹ ਕਿਸੇ ਵੀ ਕੈਦੀ ਦਾ ਹੱਕ ਹੈ, ਜਿਹਨੂੰ 3 ਸਾਲ ਪੂਰੇ ਹੋ ਚੁੱਕੇ ਜੇਲ੍ਹ ਦੇ ਵਿੱਚ, ਉਹ ਪੈਰੋਲ ਲੈ ਸਕਦਾ ਹੈ। ਪਰ ਪੈਰੋਲ ਕਿਸ ਮੌਕੇ ਤੇ ਦਿੱਤੀ ਜਾਣੀ ਹੈ ਇਹ ਫੈਸਲਾ ਤਾਂ ਸਰਕਾਰ ਨੇ ਕਰਨਾ ਹੈ। ਇਹੀ ਐਪਲੀਕੇਸ਼ਨ ਹੋਰ 10 ਦਿਨ ਬਾਅਦ ਵੀ ਸਾਈਨ ਹੋ ਸਕਦੀ ਸੀ, ਪਰ ਹੁਣ ਕਿਉਂਕਿ ਪੰਜਾਬ ਦੇ ਵਿੱਚ 20 ਤਰੀਕ ਨੂੰ ਵੋਟਾਂ ਪੈਣੀਆਂ ਨੇ, ਉਹ 10, 12, 13 ਦਿਨ ਪਹਿਲਾਂ ਬਾਹਰ ਆ ਗਏ ਨੇ। ਵੋਟਾਂ ਵੀ ਭੁਗਤ ਜਾਣਗੀਆਂ, ਪ੍ਰਚਾਰ ਵੀ ਹੋ ਜਾਏਗਾ, ਫੈਸਲੇ ਵੀ ਹੋ ਜਾਣਗੇ। ਉਹਦੇ ਤੋਂ ਬਾਅਦ ਜਿਹੜੀ ਸਰਕਾਰ ਬਣਨ ਦਾ ਐਲਾਨ ਹੋਣਾ 10 ਮਾਰਚ ਨੂੰ ਹੋਣਾ, ਉਹ ਹੋਈ ਜਾਵੇ, ਕੋਈ ਗੱਲ ਨਹੀਂ। ਸੋ ਇਹ ਚੀਜ਼ ਦਾ ਜਿਹੜਾ ਪ੍ਰਭਾਵ ਪੈਣਾ ਸੀ ਵਾਸੂ ਜੀ, ਉਹ ਉਹਨਾਂ ਦੇ ਆਉਣ ਦੇ ਨਾਲ ਪ੍ਰਭਾਵ ਪੈ ਜਾਏਗਾ ਕਿ
ਡੇਰੇ ਦੀ ਵੋਟ, ਕਿਉਂਕਿ ਡੇਰਾ ਜਿਹੜਾ ਡੇਰਿਆਂ ਦੀ ਬਹੁਤ ਪ੍ਰਮੁੱਖ ਭੂਮਿਕਾ ਪੰਜਾਬ ਦੇ ਵਿੱਚ ਹੈ। ਕੱਲਾ ਸੱਚਾ ਸੌਦਾ ਡੇਰਾ ਜਿਹੜਾ ਹੈ ਨਾ, ਮਾਲਵੇ ਦੀਆਂ 69 ਸੀਟਾਂ ਦੇ ਉੱਤੇ ਉਹਦਾ ਅਸਰ ਪੈਂਦਾ ਹੈ ਔਰ 43-44 ਸੀਟਾਂ ਦੇ ਵਿੱਚ ਤਾਂ ਉਹ ਫੈਸਲਾ ਕੁਨ ਸਥਿਤੀ ਦੇ ਵਿੱਚ ਹੈ ਕਿ ਉੱਥੇ ਜਿਸ ਪਾਸੇ ਡੇਰੇ ਦੇ ਵੋਟਰ ਜਾਣਗੇ ਉਧਰ ਨੂੰ ਨਤੀਜੇ ਜਿਹੜੇ ਆ ਉਹ ਪਲਟ ਸਕਦੇ ਆ। ਹੋਰ ਵੀ ਡੇਰੇ ਹੈ, ਦੁਆਬੇ ਦੇ ਵਿੱਚ ਡੇਰੇ ਹੈ, ਰਾਧਾ ਸੁਆਮੀਆਂ ਦਾ ਡੇਰਾ ਹੈ, ਹੋਰ ਵੀ ਕਈ ਡੇਰੇ ਆ ਜਿਹੜੇ ਥੋੜਾ ਬਹੁਤਾ ਅਸਰ ਕੁਝ 10 ਸੀਟਾਂ ਦੇ, ਕੁਝ 5 ਤੇ, ਕੁਝ 4 ਤੇ, ਕੁਝ 3 ਸੀਟਾਂ ਦੇ ਉੱਤੇ ਅਸਰ ਰੱਖਦੇ ਆ। ਪਰ ਡੇਰਿਆਂ ਦੀ ਭੂਮਿਕਾ ਇਸ ਮਾਮਲੇ ਦੇ ਵਿੱਚ ਅਹਿਮ ਹੈ ਤੇ ਸਾਰੇ ਸਿਆਸੀ ਆਗੂ ਜਿਹੜੇ ਆ, ਪਾਰਟੀਆਂ ਦੇ ਵੱਡੇ ਨੇਤਾ, ਚਾਹੇ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਭਾਜਪਾ ਹੋਵੇ, ਉਹ ਡੇਰਿਆਂ ਦੇ ਵਿੱਚ ਜਾ ਕੇ ਬਕਾਇਦਾ ਹਾਜ਼ਰੀ ਭਰਦੇ ਨੇ। ਇਹਦਾ ਮਤਲਬ ਹੈ ਕਿ ਸਰਕਾਰ ਖੁਦ ਵੀ ਇਹਨਾਂ ਨੂੰ ਡੇਰਾਵਾਦ ਨੂੰ ਉਤਸ਼ਾਹਿਤ ਕਰਦੀ ਹੈ, ਉਤਸ਼ਾਹ ਦਿੰਦੀ ਹੈ ਤੇ ਫਿਰ ਉਹਨਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਉਂਦੀ ਹੈ ਡੇਰਿਆਂ ਵਾਲਿਆਂ ਨੂੰ। ਜੀ ਹਾਂਜੀ ਸੰਧੂ ਸਾਹਿਬ, ਹੁਣ ਕੱਲ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ 2 ਵਰਚੁਅਲ ਰੈਲੀਜ਼ ਕੀਤੀਆਂ ਜਾਣੀਆਂ ਨੇ। ਸੋ ਜਿਹੜੀ ਪਹਿਲਾਂ ਇਹ ਰੈਲੀ ਕਰਨ ਆਏ ਸੀ, ਵਾਪਸ ਚਲੇ ਗਏ ਸੀ ਸਿਕਿਉਰਿਟੀ ਕਾਰਨਾਂ ਕਰਕੇ। ਉਦੋਂ ਕਹਿੰਦੇ ਸੀ ਬਹੁਤ ਵੱਡਾ ਪੈਕੇਜ ਅਨਾਉਂਸ ਕਰਨਾ ਪੰਜਾਬ ਵਾਸਤੇ। ਸੋ ਕੀ ਉਹ ਪੈਕੇਜ ਹੁਣ ਇਹਨਾਂ ਰੈਲੀਆਂ ਦੇ ਵਿੱਚ ਅਨਾਉਂਸ ਹੋ ਸਕਦਾ ਜੀ? ਦੇਖੋ, ਤੁਹਾਡੇ ਹਿਸਾਬ ਨਾਲ ਕੱਲ ਹੋਣਾ, ਸਾਡਾ ਤੇ ਉਹ ਅੱਜ ਹੀ ਹੈ ਜੀ। ਇੱਕ ਅੱਜ ਉਹਨਾਂ ਨੇ ਕੁਝ ਰੈਲੀਆਂ ਨੂੰ ਸੰਬੋਧਨ ਕਰਨਾ ਹੈ, ਕੁਝ ਨੇ ਉਹਨਾਂ ਨੇ ਕੱਲ ਨੂੰ ਸੰਬੋਧਨ ਕਰਨਾ ਹੈ। ਇਹਦੇ ਵਿੱਚੋਂ 5 ਜਿਹੜੇ ਲੋਕ ਸਭਾ ਹਲਕੇ ਨੇ ਉਹਨਾਂ ਨੂੰ ਕਵਰ ਕਰਨਗੇ। ਪਹਿਲੀ ਰੈਲੀ ਜਿਹੜੀ ਆ ਉਹ ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਜਿਹੜੇ ਨੇ ਉਹਨਾਂ ਦੇ ਅਧੀਨ ਜਿਹੜੀਆਂ ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਉਹਨਾਂ ਨੂੰ ਸੰਬੋਧਨ ਕਰਨਗੇ। ਵੱਖ-ਵੱਖ ਵਿਧਾਨ ਸਭਾ ਸੀਟਾਂ ਦੇ ਹਲਕਿਆਂ ਦੇ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਉਹਨਾਂ ਦਾ ਜੋ ਕੁਝ ਉਹ ਕਹਿੰਦੇ ਨੇ, ਬੋਲਦੇ ਨੇ, ਲੋਕਾਂ ਨੂੰ ਸੁਣਾਇਆ ਜਾਏਗਾ, ਪਾਰਟੀ ਵਰਕਰਾਂ ਨੂੰ ਸੁਣਾਇਆ ਜਾਏਗਾ। ਫਿਰ ਕੱਲ ਨੂੰ ਉਹ ਜਲੰਧਰ, ਕਪੂਰਥਲਾ, ਬਠਿੰਡਾ ਜਿਹੜੇ 3 ਜ਼ਿਲ੍ਹੇ ਨੇ ਇਹਨਾਂ ਲੋਕ ਸਭਾ ਸੀਟਾਂ ਦੇ ਨਾਲ ਸੰਬੰਧਿਤ ਜਿਹੜੇ ਵਿਧਾਨ ਸਭਾ ਹਲਕੇ ਨੇ, ਮਤਲਬ ਕਾਫੀ ਹਿੱਸਾ ਜਿਹੜਾ ਉਹ ਇਹਦਾ ਕਵਰ ਕਰ ਲੈਣਗੇ। ਤੇ ਪਹਿਲੀ ਰੈਲੀ ਜਿਹੜੀ ਆ ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਜੇ ਉਹਨਾਂ ਨੇ 2 ਮੈਡੀਕਲ ਕਾਲਜ ਜਿਹੜੇ ਆ ਉਹ ਖੋਲ੍ਹਣ ਦਾ ਐਲਾਨ ਕਰਨਾ ਸੀ। ਇੱਕ ਉਹਨਾਂ ਨੇ ਉੱਥੇ ਜਿਹੜਾ PGI ਦਾ ਸੈਟੇਲਾਈਟ ਸੈਂਟਰ ਹੈ ਫਿਰੋਜ਼ਪੁਰ ਦੇ ਵਿੱਚ ਉਹ ਕਰਨਾ ਸੀ। ਉਹ ਹਾਲਾਂਕਿ ਬਣ ਰਿਹਾ, ਉਹਨਾਂ ਨੇ ਸਿਰਫ ਉਹਦਾ ਉਦਘਾਟਨ ਨਹੀਂ ਕਰਨਾ ਸੀ, ਉਹ ਬਣ ਰਿਹਾ ਆਲਰੇਡੀ। ਜਿਹੜੇ ਕਾਲਜ ਨੇ ਉਹ ਵੀ ਬਣ ਰਹੇ ਨੇ ਔਰ ਉਹ ਹੁਣ ਇਸ ਚੀਜ਼ ਦਾ ਫੇਰ ਕ੍ਰੈਡਿਟ ਲੈ ਸਕਦੇ ਨੇ ਕਿ ਅਸੀਂ ਇਹ ਬਣਾ ਰਹੇ ਹਾਂ ਜਾਂ ਇਹਦੇ ਤੋਂ ਪਲੱਸ ਪੰਜਾਬ ਵਾਸਤੇ ਉਹ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਕੁਝ ਨਾ ਕੁਝ ਕਹਿਣਾ ਜ਼ਰੂਰ ਹੈ। ਇਸ ਗੱਲ ਦੀ ਤਵੱਕੋ ਤਾਂ ਕੀਤੀ ਜਾ ਸਕਦੀ ਹੈ ਕਿ ਜਦੋਂ ਉਹ ਬੋਲਣਗੇ ਤੇ ਉਹ ਕੁਝ ਨਾ ਕੁਝ ਕਹਿਣਗੇ ਤਾਂ ਕਿ ਜਿਹੜਾ ਵੋਟ ਬੈਂਕ ਆ ਉਹਦੇ ਉੱਤੇ ਅਸਰ ਪਾਉਣ ਵਾਲੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣ ਤੇ ਵੋਟ ਬੈਂਕ ਨੂੰ ਜਿਹੜਾ ਪ੍ਰਭਾਵਿਤ ਕੀਤਾ ਜਾ ਸਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ। ਬਹੁਤ ਸਾਰੀਆਂ ਗੱਲਾਂ ਉਹ ਕਹਿ ਰਹੇ ਨੇ ਜਿਨ੍ਹਾਂ ਦਾ ਅਸਰ ਭਾਵੇਂ ਉਹ ਯੂਪੀ 'ਚ ਜਾ ਕੇ ਬੋਲਦੇ ਨੇ ਜਾਂ ਉੱਤਰਾਖੰਡ ਦੇ ਸਬੰਧ 'ਚ ਕੋਈ ਗੱਲ ਕਰਦੇ ਨੇ ਜਾਂ ਦਿੱਲੀ ਦੇ ਵਿੱਚ ਬੈਠੇ ਵੀ ਕੋਈ ਗੱਲ ਕਰਦੇ ਨੇ ਤੇ ਇਸ ਐਂਗਲ ਤੋਂ ਕਰਦੇ ਨੇ। ਜਿਵੇਂ ਕੱਲ ਉਹਨਾਂ ਦਾ ਇਹ ਵੀ ਬਿਆਨ ਆਇਆ ਸੀ ਕਿ 100 ਸਾਲ ਅਸੀਂ ਕਾਂਗਰਸ ਨੂੰ ਸੱਤਾ 'ਚ ਨਹੀਂ ਆਉਣ ਦੇਵਾਂਗੇ। ਮਤਲਬ ਇਹ ਗੱਲ ਹੈ ਕਿ ਇਹ 100 ਸਾਲ ਤੱਕ ਕਾਂਗਰਸ ਸੱਤਾ 'ਚ ਨਹੀਂ ਆਏਗੀ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੀ ਸਰਕਾਰ ਰਹੇਗੀ 100 ਸਾਲ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵੋਟਰਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿਆਸੀ ਆਗੂਆਂ ਵੱਲੋਂ ਤੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਪੰਜਾਬ ਵਿੱਚ ਆ ਕੇ ਵੀ ਉਹਨਾਂ ਤੋਂ ਇਸ ਚੀਜ਼ ਦੀ ਸੰਭਾਵਨਾ ਹੈ ਕਿ ਉਹ ਕੁਝ ਐਲਾਨ ਵੀ ਕਰਨਗੇ ਜ਼ਰੂਰ ਪੰਜਾਬ ਦੇ ਨਜ਼ਰੀਏ ਤੋਂ ਤੇ ਜਿਹੜੀਆਂ ਪਹਿਲਾਂ ਦੀਆਂ ਉਹਨਾਂ ਦੀਆਂ ਯੋਜਨਾਵਾਂ ਨੇ ਉਹਨਾਂ ਦੇ ਸੰਬੰਧ ਵਿੱਚ ਵੀ ਉਹ ਅਗਲਾ ਜਿਹੜਾ ਮਾਰਗਦਰਸ਼ਨ ਹੈ ਉਹ ਦੇ ਸਕਦੇ ਨੇ। ਉਹਨਾਂ ਦੀਆਂ ਰੈਲੀਆਂ ਤੋਂ ਬਾਅਦ ਫਿਰ ਇੱਥੇ ਜਿਹੜੇ ਭਾਜਪਾ ਦੇ ਪ੍ਰਧਾਨ JP ਨੱਡਾ ਨੇ, ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ, ਉਹਨਾਂ ਦੀਆਂ ਰੈਲੀਆਂ ਦਾ ਪ੍ਰੋਗਰਾਮ ਜਿਹੜਾ ਉਹ ਵੀ ਚਾਕਆਊਟ ਕੀਤਾ ਗਿਆ ਕਿਉਂਕਿ ਜਿਹੜੀ ਰਾਹੁਲ ਗਾਂਧੀ ਰੈਲੀ ਕਰਕੇ ਗਏ ਨਾ, ਵਰਚੁਅਲ ਰੈਲੀ ਜਿਹੜੀ ਲੁਧਿਆਣਾ ਦੇ ਵਿੱਚ ਕੀਤੀ ਉਹਨਾਂ ਨੇ, ਉਹ ਇੰਨੀ ਜ਼ਿਆਦਾ ਸਕਸੈਸ ਹੋਈ ਔਰ ਉਹਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਉਸ ਰੈਲੀ ਨੇ ਤੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਹੁਣ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਨੇ ਉਹ ਇਸ ਰਸਤੇ ਤੁਰ ਪਏ ਨੇ ਕਿ ਆਪਾਂ ਘਰ ਬੈਠੇ ਰਹਿਣ ਦੀ ਬਜਾਏ, ਕਿਉਂਕਿ ਚੋਣ ਕਮਿਸ਼ਨ ਨੇ ਅਜੇ ਖੁੱਲ੍ਹੀਆਂ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਹੁਣ 15 ਫਰਵਰੀ ਤੱਕ ਜਿਹੜੀਆਂ ਪਾਬੰਦੀਆਂ ਨੇ ਉਹ ਅੱਗੇ ਹੋਰ ਵਧਾਈਆਂ ਗਈਆਂ ਨੇ, ਭਾਵੇਂ ਉਹਨਾਂ ਵਿੱਚ ਹੋਰ ਢਿੱਲ ਦੇ ਦਿੱਤੀ ਗਈ ਹੈ। ਪਿਛਲੀ ਵਾਰ ਵੀ ਢਿੱਲ ਦਿੱਤੀ ਗਈ ਸੀ, ਹੁਣ ਫਿਰ ਢਿੱਲ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਕਿ ਤੁਸੀਂ ਕਿੰਨੇ ਬੰਦੇ ਇਕੱਠੇ ਕਰ ਸਕਦੇ ਹੋ, ਕਿੰਨੇ ਮਤਲਬ ਇਨਡੋਰ ਰੈਲੀ ਕਰ ਸਕਦੇ ਹੋ, ਕਿੰਨੀ ਆਊਟਡੋਰ ਰੈਲੀ ਕਰ ਸਕਦੇ ਹੋ। ਤੇ ਹੋ ਸਕਦਾ 15 ਤੋਂ ਬਾਅਦ ਫਿਰ ਉਹ 2-3 ਦਿਨ ਵਾਸਤੇ ਸ਼ਾਇਦ ਖੁੱਲ੍ਹੀ ਛੂਟ ਵੀ ਦੇ ਦੇਣ ਕਿਉਂਕਿ ਜਿਹੜੇ ਕੋਵਿਡ ਦੇ ਕੇਸ ਨੇ ਇੰਡੀਆ ਦੇ ਵਿੱਚ ਉਹ ਬਹੁਤ ਥੱਲੇ, ਕਾਫੀ ਗਿਣਤੀ ਉਹਨਾਂ ਦੀ ਘਟ ਗਈ ਹੈ। ਜਿਹੜੇ ਇੱਕਦਮ ਪਹਿਲਾਂ ਪੀਕ ਦੇ ਉੱਤੇ ਜਾ ਰਿਹਾ ਲੱਗਦਾ ਸੀ ਉਹ ਕਾਫੀ ਗਿਣਤੀ ਘਟ ਗਈ ਹੈ, ਜਿਹਦੇ ਕਰਕੇ ਸਕੂਲ ਕਾਲਜ ਖੋਲ੍ਹਣ ਦਾ ਇਸ਼ਾਰਾ ਵੀ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ ਦਿੱਤਾ ਗਿਆ। ਸੋ ਇਸ ਚੀਜ਼ ਦਾ ਫਾਇਦਾ ਜਿਹੜਾ ਉਹ ਰੈਲੀਆਂ ਵਾਲੇ ਵੀ ਉਠਾ ਸਕਦੇ ਨੇ। ਸੋ ਅੱਜ ਆਪਾਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਅੱਜ ਕੀ ਐਲਾਨ ਕਰਦੇ ਨੇ ਔਰ ਕੀ ਗੱਲ ਕਰਦੇ ਨੇ, ਉਹ ਆਪਾਂ
ਫਿਰ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਗੱਲ। ਜੀ। ਹਾਂਜੀ ਸੰਧੂ ਸਾਹਿਬ, ਹੁਣ ਕਾਂਗਰਸ ਬਾਰੇ ਜੇ ਗੱਲ ਕਰੀਏ, ਉਹਨਾਂ ਵੱਲੋਂ ਚਰਨਜੀਤ ਚੰਨੀ ਨੂੰ ਆਪਣੇ ਸੀਐਮ ਕੈਂਡੀਡੇਟ ਵਜੋਂ ਹੁਣ ਐਲਾਨ ਕੀਤਾ ਗਿਆ ਉਹਨਾਂ ਦੇ ਨਾਂ ਦਾ। ਸਵਾਲ ਇਹ ਉੱਠਦਾ ਹੈ ਕਿ ਨਵਜੋਤ ਸਿੱਧੂ ਕਿਵੇਂ ਰਾਜ਼ੀ ਹੋ ਗਏ? ਕੁਛ ਤਾਂ ਹੈ ਜਿਸ ਕੀ ਪਰਦਾਦਾਰੀ ਹੈ, ਕੋਈ ਗੱਲ ਤਾਂ ਹੈ ਜਿਹੜੀ ਅੰਦਰ ਖਾਤੇ ਹੋਈ ਹੈ। ਜਿਸ ਵੇਲੇ ਰਾਹੁਲ ਗਾਂਧੀ ਐਲਾਨ ਕਰਨ ਆਏ ਸੀ ਪੰਜਾਬ ਦੇ ਵਿੱਚ, ਲੁਧਿਆਣਾ ਦੇ ਵਿੱਚ ਆ ਕੇ ਉਹਨਾਂ ਨੇ ਐਲਾਨ ਕੀਤਾ ਹੈ, ਜੀ, ਉਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਤੋਂ ਪਹਿਲਾਂ ਉਹਨਾਂ ਨੇ 4 ਜਣਿਆਂ ਨੇ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਸੁਨੀਲ ਜਾਖੜ, ਰਾਹੁਲ ਗਾਂਧੀ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਸ਼ਾਮਲ ਸੀ। ਉਹਦੀਆਂ ਕੁਝ ਗੱਲਾਂ ਵੀ ਬਾਹਰ ਆਈਆਂ। ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਨੇ ਇਕੱਲੇ ਨਵਜੋਤ ਸਿੱਧੂ ਦੇ ਨਾਲ ਵੀ ਮੀਟਿੰਗ ਕੀਤੀ। ਉਹਦੀਆਂ ਵੀ ਕੁਝ ਗੱਲਾਂ ਜਿਹੜੀਆਂ ਕਨਸੂਆਂ ਬਾਹਰ ਆ ਜਾਂਦੀਆਂ ਬਹੁਤੀ ਵਾਰੀ, ਤੇ ਫਿਰ ਨੇਤਾ ਲੋਕ ਆਪ ਹੀ ਦੱਸ ਦਿੰਦੇ ਨੇ ਕਿ ਸਾਡੀ ਐਦਾਂ ਦੀ ਗੱਲ ਅੰਦਰ ਹੋਈ ਆ, ਭਾਵੇਂ ਉਹ ਆਫ ਦੀ ਰਿਕਾਰਡ ਹੀ ਦੱਸਣ, ਕਿਉਂਕਿ ਇਹ ਗੱਲ ਇੰਨੀ ਆਸਾਨ ਨਹੀਂ ਸੀ ਜਿਸ ਢੰਗ ਦੇ ਨਾਲ ਨਵਜੋਤ ਸਿੱਧੂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਿਹਾ ਸੀ ਤੇ ਚਰਨਜੀਤ ਸਿੰਘ ਚੰਨੀ। ਜਿਹੜੀਆਂ 2-3 ਗੱਲਾਂ ਸਮਝ ਦੇ ਵਿੱਚ ਆਈਆਂ ਨੇ, ਜਾਂ ਜੋ ਆਪਾਂ ਸਮਝਦੇ ਹਾਂ ਕਿ ਅੰਦਰੋਂ ਜਿਹੜੀਆਂ ਗੱਲਾਂ ਕੁਝ ਬਾਹਰ ਆਈਆਂ ਨੇ ਕਿ ਕਿਸ ਗੱਲ ਦੇ ਉੱਤੇ ਆਖਰ ਸਮਝੌਤਾ ਹੋਇਆ ਤੇ ਨਵਜੋਤ ਸਿੱਧੂ ਕਿਵੇਂ ਰਾਜੀ ਹੋਇਆ, ਉਹਦੇ 'ਚ 2-3 ਚੀਜ਼ਾਂ ਨੇ। ਇੱਕ ਤਾਂ ਇਹ ਸੀ ਕਿ ਜਿਹੜਾ ਸਰਵੇ ਕਰਵਾਇਆ ਕਾਂਗਰਸ ਪਾਰਟੀ ਵੱਲੋਂ ਕਰਵਾਇਆ ਗਿਆ ਸੀਗਾ ਕਿ ਜ਼ਿਆਦਾ ਲੋਕਪ੍ਰਿਯ ਕੌਣ ਹੈ, ਉਹਦੇ ਵਿੱਚ ਵੀ ਕੁਝ ਨੰਬਰ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਵੱਧ ਸੀ ਨਵਜੋਤ ਸਿੱਧੂ ਦੇ ਮੁਕਾਬਲੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਨਵਜੋਤ ਸਿੱਧੂ ਨਾਲੋਂ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਦਾ ਜ਼ਿਆਦਾ ਪਸੰਦ ਕਰਨ ਦਾ ਇੱਕ ਕਾਰਨ ਹੈ ਇਹ ਕਿ ਉਹ ਥੋੜ੍ਹੇ ਜਿਹੇ ਸੌਫਟ ਕਾਰਨਰ ਰੱਖਦੇ ਨੇ ਤੇ ਨਵਜੋਤ ਸਿੱਧੂ ਜ਼ਿਆਦਾ ਅੜ ਫਸ ਕੇ ਤੇ ਆਰ ਪਾਰ ਕਰਨ ਦੀ ਗੱਲ ਜਿਹੜੀ ਹੈ ਉਹ ਜ਼ਿਆਦਾ ਕਰਦਾ ਹੈ। ਸਾਰੇ ਸਿਆਸੀ ਪਾਰਟੀਆਂ ਵਾਲਿਆਂ ਨੂੰ, ਸਾਰੇ ਦੂਜੇ ਵਿਰੋਧੀ ਪਾਰਟੀਆਂ ਵਾਲਿਆਂ ਨੂੰ, ਉਹਨਾਂ ਨੂੰ ਵੀ ਇਸ ਚੀਜ਼ ਦਾ ਖਤਰਾ ਸੀ, ਸਿਰਫ ਆਪਣੀ ਪਾਰਟੀ ਵਿੱਚ ਨਹੀਂ ਬਾਹਰ ਵਾਲਿਆਂ ਨੂੰ ਵੀ ਸੀ ਕਿ ਜੇ ਸੱਚਮੁੱਚ ਇਸ ਤਰ੍ਹਾਂ ਦਾ ਬੰਦਾ ਕੱਲ੍ਹ ਨੂੰ ਆ ਕੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਬਹਿ ਜਾਂਦਾ ਹੈ ਤੇ ਫਿਰ ਉਹਨਾਂ ਦਾ ਹਸ਼ਰ ਕੀ ਹੋਏਗਾ। ਇਸ ਕਰਕੇ ਸਾਰਾ ਜ਼ੋਰ ਇਸ ਕਰਕੇ ਲੱਗਾ ਸੀ ਤੇ ਉਹਨਾਂ ਦੇ ਹੱਕ ਵਿੱਚ ਵੋਟ ਜ਼ਿਆਦਾ ਭੁਗਤਿਆ। ਦੂਜੀ ਗੱਲ ਇਹ ਸੀ, ਜਿਹੜੀ ਗੱਲ ਨਵਜੋਤ ਸਿੱਧੂ ਨੂੰ ਵੀ ਸਮਝਾਈ ਗਈ ਕਿ ਜਿਹੜਾ 32-33% ਦਲਿਤ ਵੋਟ ਹੈ ਪੰਜਾਬ ਦਾ, ਜੇ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਨਹੀਂ ਐਲਾਨਦੇ ਤਾਂ ਉਹ ਉਹਨਾਂ ਦੇ ਨਾਲੋਂ ਕਾਫੀ ਹੱਦ ਤੱਕ ਟੁੱਟ ਸਕਦਾ ਸੀ। ਅੱਜ ਤੱਕ ਜਦੋਂ ਤੋਂ ਲੈ ਕੇ 1947 ਤੋਂ ਜੇ ਆਪਾਂ ਲੈ ਲਈਏ ਅੱਜ ਤੱਕ ਪੰਜਾਬ ਦੇ ਵਿੱਚ ਤੇ ਕਿਸੇ ਪਾਰਟੀ ਨੇ ਕੋਈ ਇਸ ਤਰ੍ਹਾਂ ਦੀ ਪਹਿਲ ਕਦਮੀ ਨਹੀਂ ਕੀਤੀ ਕਿ ਕਿਸੇ ਦਲਿਤ ਨੂੰ ਅੱਗੇ ਲਿਆਂਦਾ ਹੋਵੇ ਮੁੱਖ ਮੰਤਰੀ ਦੇ ਚਿਹਰੇ ਵਜੋਂ। ਤੇ ਇਸ ਮਾਮਲੇ 'ਚ ਕਾਂਗਰਸ ਪਹਿਲ ਕਰ ਗਈ। ਇਸ ਚੀਜ਼ ਦੇ ਉੱਤੇ ਵੀ ਕਨਵਿੰਸ ਕਰਾਇਆ ਗਿਆ ਨਵਜੋਤ ਸਿੱਧੂ ਨੂੰ ਕਿ ਤੁਸੀਂ ਹਾਲ ਦੀ ਘੜੀ ਚੁੱਪ ਕਰ ਜਾਓ, ਸਾਡੀ ਸਰਕਾਰ ਜਿਹੜੀ ਆ ਉਹ ਬਣਨੀ ਚਾਹੀਦੀ ਹੈ ਜਿਸ ਢੰਗ ਦੇ ਨਾਲ ਮਰਜ਼ੀ ਬਣੇ। ਤੀਜੀ ਗੱਲ ਜਿਹੜੀ ਕਹੀ ਗਈ ਉਹ ਕਿ ਕੁਝ ਮੁੱਦੇ ਜਿਹੜੇ ਸੀ ਨਵਜੋਤ ਸਿੱਧੂ ਉਠਾ ਰਹੇ ਸੀ, ਖਾਸ ਕਰਕੇ ਆਪਣਾ ਪੰਜਾਬ ਮਾਡਲ ਪੇਸ਼ ਕਰ ਰਹੇ ਸੀ, ਉਹ ਵੀ ਉਹਨਾਂ ਦੀ ਗੱਲ ਮੰਨੀ ਗਈ ਕਿ ਤੁਹਾਡੇ ਪੰਜਾਬ ਮਾਡਲ ਨੂੰ ਲਾਗੂ ਕੀਤਾ ਜਾਏਗਾ। ਫਿਰ ਜਿੱਥੋਂ ਤੱਕ ਰੇਤ ਮਾਫੀਆ, ਡਰੱਗਸ ਮਾਫੀਆ, ਸ਼ਰਾਬ ਮਾਫੀਆ, ਜਿਹੜੇ ਇਹ ਮਾਫੀਆ ਵਾਲਾ ਮਾਮਲਾ ਆ, ਇਹ ਸਿੱਧਾ ਤੁਹਾਡੇ ਹੱਥ ਦੇ ਦਿਆਂਗੇ। ਹੋ ਸਕਦਾ ਉਹਨਾਂ ਨੂੰ ਇਹਨਾਂ ਮਹਿਕਮਿਆਂ ਦਾ ਮੰਤਰੀ ਬਣਾ ਦੇਣ ਜਾਂ ਉਹਨਾਂ ਨੂੰ ਡਿਪਟੀ ਸੀਐਮ ਬਣਾ ਦੇਣ ਤੇ ਉਹਨਾਂ ਨੂੰ ਇੰਡੀਪੈਂਡੈਂਟ ਚਾਰਜ ਦੇ ਦੇਣ, ਜਿਹਦੇ ਵਿੱਚ ਕੋਈ ਮੁੱਖ ਮੰਤਰੀ ਦੀ ਜਾਂ ਹਾਈ ਕਮਾਂਡ ਦੀ ਬਹੁਤੀ ਦਖਲਅੰਦਾਜ਼ੀ ਨਹੀਂ ਹੋਏਗੀ, ਤਾਂ ਕਿ ਉਹ ਆਪਣਾ ਜਿਹੜਾ ਏਜੰਡਾ ਉਹ ਲਾਗੂ ਕਰ ਸਕਣ। ਸੋ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਜਿਹੜੀਆਂ ਲੈ ਕੇ ਉਹਨਾਂ ਨੂੰ ਕਿਹਾ ਗਿਆ। ਔਰ ਰੈਲੀ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਸੀ, ਜਿਸ ਢੰਗ ਦੇ ਨਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਆਪ ਨਵਜੋਤ ਸਿੱਧੂ ਨੇ ਉੱਠ ਕੇ ਪ੍ਰੈਜ਼ੈਂਟ ਕੀਤਾ, ਉਹਨਾਂ ਦਾ ਹੱਥ ਖੜਾ ਕੀਤਾ। ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਪੈਰੀਂ ਹੱਥ, ਗੋਡੀਆਂ ਹੱਥ ਲਾਉਣ ਦੀ ਮਤਲਬ ਇਸ ਤਰ੍ਹਾਂ ਦਾ ਕੀਤਾ ਜਿਵੇਂ ਉਹਨਾਂ ਦੇ ਪੈਰੀਂ ਹੱਥ ਲਾ ਰਹੇ ਨੇ। ਔਰ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਸੀ। ਉਸ ਤੋਂ ਬਾਅਦ ਜਦੋਂ ਇਹ ਐਲਾਨ ਹੋਣ ਤੋਂ ਬਾਅਦ ਨਵਜੋਤ ਸਿੱਧੂ ਦੇ ਜਿਹੜੇ 2-3 ਬਿਆਨ ਆਏ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਕਿ ਜਿਹੜਾ ਮੇਰਾ ਪੰਜਾਬ ਦਾ ਏਜੰਡਾ ਹੈ, ਜੋ ਪੰਜਾਬ ਦਾ ਮੇਰਾ ਪਲਾਨ ਹੈ, ਉਹ ਚੱਲਦਾ ਰਹੇਗਾ, ਮੈਂ ਉਹਦੇ ਉੱਤੇ ਲੜਦਾ ਰਹਾਂਗਾ ਔਰ ਇਸ ਜੰਗ ਨੂੰ ਅਸੀਂ ਜਾਰੀ ਰੱਖਾਂਗੇ, ਅੱਗੇ ਲੈ ਕੇ ਜਾਵਾਂਗੇ। ਸਵਾਲ ਹੁਣ ਸਿਰਫ ਇਹ ਹੈ ਕਿ ਇਹ ਜਿਹੜਾ ਮਤਲਬ ਇਹਨਾਂ ਨੇ ਜਿਸ ਢੰਗ ਦੇ ਨਾਲ ਪ੍ਰੈਜ਼ੈਂਟ ਕੀਤਾ ਕਿੰਨਾ ਕਾਮਯਾਬ ਹੁੰਦਾ, ਕਿ ਸੱਚਮੁੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਕਿ ਨਹੀਂ ਬਣਦੀ। ਕਿਉਂਕਿ ਹੁਣ ਤੱਕ ਜਿਹੜੇ ਸਰਵੇ ਪੰਜਾਬ ਦੇ ਵਿੱਚ ਆ ਰਹੇ ਨੇ, ਜਿਹੜਾ ਪਰਸੋਂ ਤੱਕ ਆਖਰੀ ਸਰਵੇ ਵੀ ਆਇਆ, ਕੱਲ੍ਹ ਤੱਕ ਵੀ ਆਖਰੀ ਸਰਵੇ ਆਇਆ ਜਿਹੜਾ, ਉਹ ਵੀ ਹੁਣ ਤੱਕ ਵੀ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦੱਸ ਰਹੇ ਨੇ ਕਿ ਉਹ ਲੀਡ ਕਰ ਰਹੀ ਹੈ ਪੰਜਾਬ ਦੇ ਵਿੱਚ। ਕਾਂਗਰਸ ਉਹਦੇ ਵਿੱਚ ਦੂਜੇ ਨੰਬਰ ਤੇ ਆ, ਬਾਕੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ, ਸਮੈਤ ਅਕਾਲੀ ਦਲ ਬਾਦਲ ਦੇ, ਸਮੈਤ ਭਾਰਤੀ ਜਨਤਾ ਪਾਰਟੀ ਦੇ। ਹੁਣ ਜਦੋਂ ਵੋਟ ਪੈਂਦੇ ਨੇ, ਜਦੋਂ ਨਤੀਜੇ ਆਉਂਦੇ ਨੇ, ਉਦੋਂ ਉਹ ਕੀ ਇਸ਼ਾਰਾ ਕਰਦੇ ਨੇ, ਹਕੀਕਤ ਤਾਂ ਉਹ ਹੋਏਗੀ ਕਿ ਉਸ ਵੇਲੇ ਕਿਹਦੇ ਨਾਂ ਦੇ ਉੱਤੇ ਮੋਹਰ ਲੱਗਦੀ ਹੈ। ਪਰ ਅੱਜ ਜੋ ਸਥਿਤੀ ਬਣੀ ਆ ਉਹਦੇ ਵਿੱਚ ਕਾਂਗਰਸ ਨੂੰ ਕਾਫੀ ਔਖੀ ਘੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਘਰਸ਼ ਕਰਨਾ ਪੈ ਰਿਹਾ ਉਹਨਾਂ ਨੂੰ ਪੰਜਾਬ ਦੇ ਵੋਟਰਾਂ ਦੇ ਨਾਲ ਆਪਣਾ, ਕਿਉਂਕਿ ਜਿਹੜੀ ਇਮੀਡੀਏਟਲੀ ਸਰਕਾਰ ਹੁੰਦੀ ਹੈ ਨਾ, ਉਹਨਾਂ ਦਾ ਵਿਰੋਧ ਵੀ ਕਿਸੇ ਹੱਦ ਤੱਕ ਸੂਬੇ ਦੇ ਲੋਕਾਂ ਦੇ ਵਿੱਚ ਥੋੜ੍ਹਾ ਜਾਂ ਬਹੁਤਾ ਹੁੰਦਾ ਜ਼ਰੂਰ ਹੈ। ਪਰ ਹਾਲ ਦੀ ਘੜੀ ਇਹਨਾਂ ਨੇ ਇਕਜੁੱਟਤਾ ਦਿਖਾ ਕੇ ਅੱਗੇ, ਔਰ ਫਿਰ ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਆਈ ਕਿ ਸਲੀਲ ਜਾਖੜ ਨੇ ਕਿਹਾ ਕਿ ਮੈਂ ਸਰਗਰਮ ਸਿਆਸਤ ਜਿਹੜੀ ਹੈ ਉਹਦੇ ਤੋਂ ਕਿਨਾਰਾ ਕਰ ਗਿਆ, ਉੱਦਾਂ ਮੈਂ ਪਾਰਟੀ ਦੇ ਵਿੱਚ ਰਹਾਂਗਾ, ਪਰ ਸਰਗਰਮ ਸਿਆਸਤ ਨਹੀਂ ਰਹਾ। ਉਹ ਵੀ ਕੋਈ ਨਾ ਕੋਈ ਇਸ਼ਾਰਾ ਦੇ ਗਏ ਨੇ ਕਿ ਆਖਿਰਕਾਰ ਜਦੋਂ ਸਾਰੇ MLA ਬਹੁਤ ਸਾਰੇ ਲੋਕ ਇਹ ਚਾਹੁੰਦੇ ਸੀ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਤੇ ਫਿਰ ਉਹਨੂੰ ਕਿਉਂ ਨਹੀਂ ਐਲਾਨਿਆ ਗਿਆ, ਪਰ ਉਹਨਾਂ ਨੇ ਇਹ ਗੱਲ ਬੋਲ ਕੇ ਨਹੀਂ ਕਹੀ, ਉਂਝ ਉਹ ਥੋੜ੍ਹਾ ਜਿਹਾ ਟਾਲਾ ਵੱਟ ਕੇ ਕਿਨਾਰਾ ਕਰਕੇ ਬਹਿ ਗਏ ਨੇ। ਇਸ ਤਰ੍ਹਾਂ ਦੀ ਸਥਿਤੀ ਵਿੱਚ ਕਾਂਗਰਸ ਨੂੰ ਆਪਣੀ ਬੇੜੀ ਬੰਨੇ ਲਾਉਣੀ ਕਾਫੀ ਮੁਸ਼ਕਲ ਜਾਪਦੀ ਪਈ ਹੈ। ਸੰਧੂ ਸਾਹਿਬ, ਜਿਹੜੇ ਹੁਣ ਚਰਨਜੀਤ ਚੰਨੀ ਦੇ ਭਾਣਜੇ ਹਨੀ ਦੇ ਘਰੋਂ 10 ਕਰੋੜ ਰੁਪਇਆ ਬਰਾਮਦ ਹੋਇਆ ED ਦੀ ਰੇਡ ਦੌਰਾਨ, ਉਹਨੇ ਗੱਲ ਮੰਨ ਲਈ ਹੈ ਕਿ ਇਹ ਪੈਸੇ ਜਿਹੜੇ ਮਿਲੇ ਸਨ ਇਹ ਇਲੀਗਲ ਸੈਂਡ ਮਾਈਨਿੰਗ ਤੇ ਅਫਸਰਾਂ ਦੇ ਤਬਾਦਲੇਕਰਨ ਕਰਕੇ ਮਿਲੇ ਸੀ। ਜਿਹੜਾ ਕੱਲ ED ਨੇ ਬਿਆਨ ਜਾਰੀ ਕੀਤਾ ਇਸ ਮਾਮਲੇ ਦੇ ਵਿੱਚ, ਉਹ ਤੇ ਇਹੀ ਕੁਝ ਦੱਸਦਾ ਹੈ। ਔਰ ਦੇਖੋ, ਇਹ ਬਿਲਕੁਲ ਐਨ ਜਿਸ ਵੇਲੇ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ, ਉਹਦੇ ਤੋਂ ਇੱਕਦਮ ਬਾਅਦ ਦੇ ਵਿੱਚ ED ਨੇ ਇਹ ਜਿਹੜਾ ਬਿਆਨ ਆ ਸਾਹਮਣੇ ਲਿਆਂਦਾ ਕਿ ਹਾਂ ਜੀ ਹਾਂ, ਸਾਡੇ ਕੋਲ ਉਸਨੇ ਖੁਲਾਸਾ ਕੀਤਾ, ਉਹਨਾਂ ਦੇ ਭਾਂਜੇ ਨੇ ਇਕਬਾਲ ਕਰ ਲਿਆ ਕਿ ਜਿਹੜਾ 10-11 ਕਰੋੜ ਰੁਪਈਆ ਉਹਨਾਂ ਦੇ ਕੋਲੋਂ ਮਿਲਿਆ ਸੀ, ਉਹ ਉਸਨੇ ਮੰਨਿਆ ਹੈ ਕਿ ਇਹ ਰੇਤ ਮਾਫੀਆ ਵੱਲੋਂ ਜਾਂ ਅਫਸਰਾਂ ਦੇ ਤਬਾਦਲੇ ਕਰਾਉਣ ਲਈ ਜਾਂ ਉਹਨਾਂ ਦੀ ਅਪਾਇੰਟਮੈਂਟ ਕਰਾਉਣ ਵਾਸਤੇ ਇਹ ਪੈਸਾ ਜਿਹੜਾ ਸਾਡੇ ਕੋਲ ਆਇਆ ਸੀਗਾ। ਹੁਣ ਇਹ ਕਿੰਨੇ ਅਫਸਰਾਂ ਦੇ ਤਬਾਦਲੇ ਉਹਨਾਂ ਨੇ ਕਰਵਾਉਣੇ ਸੀ ਜਾਂ ਕਿੰਨੀਆਂ ਨਿਯੁਕਤੀਆਂ ਕਰਵਾਉਣੀਆਂ ਸੀ, ਜਿਹੜਾ ਉਹਨਾਂ ਕੋਲ 11 ਕਰੋੜ ਰੁਪਈਆ ਆ ਗਿਆ, ਜਾਂ ਕਿੰਨੀ ਜ਼ਿਆਦਾ ਜਿਹੜਾ ਉਹ ਰੇਤ ਮਾਫੀਆ ਨੂੰ ਕਿੰਨੀ ਛੂਟ ਦਿੱਤੀ ਗਈ ਤੇ ਰੇਤ ਮਾਫੀਆ ਨੇ ਅੱਗੇ ਕਿੰਨਾ ਕਾਰੋਬਾਰ ਕੀਤਾ ਜਿਹਦੇ ਵਿੱਚੋਂ 11 ਕਰੋੜ ਰੁਪਏ ਦਾ ਹਿੱਸਾ ਇਹਨਾਂ ਕੋਲ ਆ ਗਿਆ, ਇਹ ਗੱਲਬਾਤ ਬਹੁਤ ਗੰਭੀਰ ਹੈ। ਔਰ ਇਹ ਕਿਉਂਕਿ 3 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ED ਵੱਲੋਂ ਚਰਨਜੀਤ ਸਿੰਘ ਚੰਨੀ ਦੇ ਮਤਲਬ ਰਿਸ਼ਤੇਦਾਰ ਨੂੰ, ਹਨੀ ਨੂੰ, ਔਰ ਉਦੋਂ ਤੋਂ ਲੈ ਕੇ ਉਹਨਾਂ ਦੇ ਬਿਆਨ ਲਏ ਗਏ, ਉਹਦੇ ਹਨੀ ਦੇ ਵੀ ਬਿਆਨ ਲਏ ਗਏ, ਉਹਨਾਂ ਦੇ ਇੱਕ ਸਾਥੀ ਹੋਰ ਹੈ ਉਹਦੇ ਬਿਆਨ ਲਏ ਗਏ, ਉਹਨਾਂ ਦੇ ਫਾਦਰ ਦੇ ਬਿਆਨ ਵੀ ਲਏ ਗਏ, ਤੇ ਉਹਨਾਂ ਬਿਆਨਾਂ ਵਿੱਚ ਵੀ ਇਹ ਸਾਬਤ ਇਹੀ ਹੋਇਆ ਕਿ ਇਹ ਪੈਸਾ ਹਨੀ ਦੇ ਨਾਲ ਹੀ ਸੰਬੰਧਿਤ ਹੈ। ਤੇ ਅੱਗੋਂ ਗੱਲ ਜਿਹੜੀ ਹਨੀ ਨੇ ਦੱਸੀ, ਹੁਣ ਜੇ ਹਨੀ ਨੇ ਅਫਸਰਾਂ ਦੇ ਤਬਾਦਲੇ ਕਰਵਾਉਣੇ ਸੀ ਤੇ ਕਿਹਦੇ ਕੋਲੋਂ ਕਰਵਾਉਣੇ ਸੀ? ਹਨੀ ਦੇ ਕੋਲ ਆਪਣੇ ਕੋਲ ਤਾਂ ਕੋਈ ਏਦਾਂ ਦੀ ਪਾਵਰ ਨਹੀਂ ਸੀ। ਇਹਦਾ ਮਤਲਬ ਉਹ ਇਸ਼ਾਰਾ ਸਿੱਧਾ ਚਰਨਜੀਤ ਸਿੰਘ ਚੰਨੀ ਵੱਲ ਜਾ ਰਿਹਾ ਹੈ। ਜੇ ਉਹ ਰੇਤ ਮਾਫੀਆ ਤੋਂ ਵਸੂਲੀ ਕਰ ਰਿਹਾ ਸੀ ਤੇ ਉਹ ਵੀ ਉਹਦੇ ਕੋਲ ਕੋਈ ਪਾਵਰ ਨਹੀਂ ਸੀ, ਉਹ ਕੋਈ ਉਹਦੇ ਕੋਲ ਅਹੁਦਾ ਨਹੀਂ, ਕੋਈ ਉਹਦੇ ਕੋਲ ਪਾਵਰ ਨਹੀਂ, ਕੋਈ ਉਹਦੇ ਕੋਲ ਮੰਤਰਾਲਾ ਨਹੀਂ। ਆਖਰਕਾਰ ਉਹ ਕਿਸ ਬਿਹਾਫ ਦੇ ਉੱਤੇ ਪੈਸਾ ਇਕੱਠਾ ਕਰ ਰਿਹਾ ਸੀ, ਜਾਂ ਲੋਕ ਉਸ ਨੂੰ ਕੀ ਸੋਚ ਕੇ ਪੈਸਾ ਦੇ ਰਹੇ ਸੀ, ਜਿਨ੍ਹਾਂ ਨੇ ਨਿਯੁਕਤੀਆਂ ਕਰਾਉਣੀਆਂ ਜਾਂ ਬਦਲੀਆਂ ਕਰਾਉਣੀਆਂ ਜਾਂ ਜਿਨ੍ਹਾਂ ਨੇ ਮਤਲਬ ਰੇਤਾ ਜਿਹੜੀ ਆ ਉਹ ਕੱਢ ਕੇ ਵੇਚਣੀ ਸੀ, ਉਹ ਇਹੀ ਗੱਲ ਸੋਚ ਕੇ ਕਰ ਰਹੇ ਸੀ ਕਿ ਇਹ ਮੁੱਖ ਮੰਤਰੀ ਨੂੰ ਕਹਿ ਕੇ ਸਾਡਾ ਕੰਮ ਕਰਵਾ ਦੇਣਗੇ। ਹੁਣ ਇਹ ਤਾਰਾਂ ਤਾਂ ਇੱਦਾਂ ਜੋੜੀਆਂ ਤੇ ਬਿਲਕੁਲ ਉਹਨੂੰ ਜਿਸ ਵੇਲੇ ਐਲਾਨ ਕੀਤਾ ਗਿਆ ਉਸੇ ਵੇਲੇ ED ਦਾ ਇਹ ਬਿਆਨ ਆਇਆ, ਨਹੀਂ ਤਾਂ 3 ਫਰਵਰੀ ਦਾ ਉਹਨੂੰ ਗ੍ਰਿਫਤਾਰ ਕੀਤਾ ਆ। ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਪਹਿਲੇ ਦਿਨ ਜਾਂ ਦੂਜੇ ਦਿਨ ਜਾਂ ਤੀਜੇ ਦਿਨ ਵੀ ਆ ਸਕਦਾ ਸੀ, 4 ਨੂੰ ਵੀ, 5 ਨੂੰ ਵੀ, 6 ਨੂੰ ਵੀ ਆ ਸਕਦਾ ਸੀ, ਪਰ ਇਹ ਉਦੋਂ ਤੱਕ ਨਹੀਂ ਆਇਆ ਜਦ ਤੱਕ ਉਹਦਾ ਐਲਾਨ ਨਹੀਂ ਹੋਇਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹਨਾਂ ਨੇ ਹੋਰ ਉੱਚੇ ਉੱਚੇ ਛੜੱਪੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਜਿਹੜਾ ਇੱਕ ਮੰਤਰੀ ਸਿੱਧਾ ਡਾਇਰੈਕਟ ਭ੍ਰਿਸ਼ਟਾਚਾਰ ਦੇ ਨਾਲ ਜੁੜਿਆ, ਇਸ ਵੇਲੇ ਮੌਕੇ ਦੇ ਉੱਤੇ ਉਹਦੇ ਸਬੰਧ ਸਥਾਪਿਤ ਹੋ ਰਹੇ ਨੇ ਕਿ ਪੰਜਾਬ ਦੇ ਲੋਕ ਉਹਨੂੰ ਅੱਗੇ ਲਿਆਉਣਾ ਚਾਹੁਣਗੇ। ਔਰ ਜ਼ਰੂਰੀ ਗੱਲ ਹੈ ਕਿ ਥੋੜ੍ਹਾ ਜਿਹਾ ਬਹੁਤਾ ਇਸ ਚੀਜ਼ ਦਾ ਲਾਹਾ ਵਿਰੋਧੀ ਪਾਰਟੀਆਂ ਨੂੰ ਮਿਲੇਗਾ ਤੇ ਕਾਂਗਰਸ ਪਾਰਟੀ ਨੂੰ ਇਹਦਾ ਵੀ 1 ਪੈਸਾ 2 ਪੈਸਾ ਇਹਦਾ ਨੁਕਸਾਨ ਹੀ ਹੋਏਗਾ, ਫਾਇਦਾ ਨਹੀਂ ਹੋ ਸਕਦਾ ਜੀ। ਹਾਂਜੀ ਸੰਧੂ ਸਾਹਿਬ, ਲਤਾ ਮੰਗੇਸ਼ਕਰ ਜੀ ਦੇ ਦੇਹਾਂਤ ਤੋਂ ਬਾਅਦ ਪੂਰੇ ਵਿਸ਼ਵ ਦੇ ਸੰਗੀਤ ਪ੍ਰੇਮੀਆਂ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ। ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਭਾਰਤ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਜੀ? ਲਤਾ ਮੰਗੇਸ਼ਕਰ ਦੀ ਜੇ ਗਾਇਕੀ ਬਾਰੇ ਗੱਲ ਕਰਨੀ ਹੋਵੇ ਵਾਸੂ ਜੀ, ਤਾਂ ਇੱਕ ਬੜੇ ਗੁਲਾਮ ਅਲੀ ਸਾਹਿਬ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਉਹਨਾਂ ਦੀ ਗਾਇਕੀ ਬਾਰੇ ਜੀ, ਔਰ ਉਹਨਾਂ ਨੇ ਬੜੇ ਸਹਿਜ ਸੁਭਾਅ ਕਿਹਾ ਸੀਗਾ ਕਿ ਕਹਿੰਦੇ ਇਹ ਕਮਬਖਤ ਕਭੀ ਬੇਸੁਰੀ ਹੀ ਨਹੀਂ ਹੋਤੀ ਜੀ। ਮਤਲਬ ਇਹ ਟਿੱਪਣੀ ਕਰਕੇ ਉਹਨਾਂ ਨੇ ਉਹਨੂੰ, ਬੜੇ ਗੁਲਾਮ ਅਲੀ ਖਾਨ ਨੇ ਉਹਨਾਂ ਦੀ ਜਿਹੜੀ ਹੈ ਗਾਇਕੀ ਦੀ ਜਿਹੜੀ ਸ਼ੋਭਾ ਪ੍ਰਸ਼ੰਸਾ ਜਾਂ ਜਿਹੜੀ ਖੂਬੀ ਸੀ ਉਹਨਾਂ ਦੀ ਕਾਬਲੀਅਤ ਸੀ ਉਸ ਨੂੰ ਉਹਨਾਂ ਨੇ ਪ੍ਰਗਟ ਕੀਤਾ। ਔਰ ਬੜੇ ਬੜੇ ਜਿਹੜੇ ਸੰਗੀਤਕਾਰ ਤੇ ਅਦਾਕਾਰ ਸੀ ਉਹ ਇਹ ਕਹਿੰਦੇ ਸੀ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਉਹਨਾਂ ਦੀ ਆਪਣੀ ਆਵਾਜ਼ ਨਹੀਂ, ਦੇਵੀ ਸਰਸਵਤੀ ਦੀ ਆਵਾਜ਼ ਹੈ। ਔਰ ਉਹ ਵਾਕਿਆ ਦੇਵੀ ਸਰਸਵਤੀ ਦੀ ਪੂਜਾ ਵੀ ਕਰਦੇ ਸੀ। ਆਪਣੇ ਆਖਰੀ ਜਿਹੜੇ ਜਾਣ ਤੋਂ ਪਹਿਲਾਂ 1 ਦਿਨ ਪਹਿਲਾਂ ਉਹਨਾਂ ਨੇ ਪੂਜਾ ਵੀ ਕੀਤੀ ਉਹਦੀ ਬਕਾਇਦਾ। ਪਰ ਜਿਹੜੀ ਹਕੀਕਤ ਆ ਉਹ ਇਹ ਹੈ ਕਿ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਬਾਪ ਨੇ ਉਹਨਾਂ ਨੂੰ ਸੰਗੀਤ ਦੀ ਸਿਖਲਾਈ ਜਿਹੜੀ ਉਹ ਦਿਵਾਉਣੀ ਸ਼ੁਰੂ ਕੀਤੀ।
ਔਰ ਉਹਨਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਕੋਈ 12-13 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਪਹਿਲਾ ਗਾਣਾ ਗੀਤ ਆ ਆਪਣਾ ਉਹ ਗਾਇਆ ਸੀ। ਫਿਰ ਉਸ ਤੋਂ ਬਾਅਦ ਇਹ ਸਫ਼ਰ ਅਖੀਰਲੇ ਦਮ ਤੱਕ ਲਗਭਗ ਥੋੜ੍ਹਾ ਸਮਾਂ ਪਹਿਲਾਂ ਤੱਕ ਜਿਹੜਾ ਉਸੇ ਸਪੀਡ ਦੇ ਨਾਲ ਇਹ ਕੰਟੀਨਿਊ ਰਿਹਾ। ਉਹਨਾਂ ਨੇ ਵੱਖ-ਵੱਖ ਪੀੜ੍ਹੀਆਂ ਦੀਆਂ ਜਿਹੜੀਆਂ ਨਾਇਕਾਵਾਂ ਸੀ, ਹੀਰੋਇਨਾਂ ਸੀ, ਉਹਨਾਂ ਵਾਸਤੇ ਆਪਣੀ ਆਵਾਜ਼ ਦਿੱਤੀ। ਔਰ ਇੱਕ ਉਹਨਾਂ ਦੀ ਖਾਸੀਅਤ ਇਹ ਸੀ ਕਿ ਉਹ ਦੇਖਦੇ ਸੀ ਕਿ ਮੇਰਾ ਗਾਣਾ ਜਿਹੜਾ ਇਹ ਕਿਸ ਹੀਰੋਇਨ ਦੇ ਉੱਤੇ, ਕਿਸ ਅਭਿਨੇਤਰੀ ਦੇ ਉੱਤੇ ਫਿਲਮਾਇਆ ਜਾਣਾ ਹੈ। ਉਹ ਥੋੜ੍ਹਾ ਜਿਹਾ ਉਹਦੇ ਅੰਦਾਜ਼ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਜੇ ਮੀਨਾ ਕੁਮਾਰੀ ਉੱਤੇ ਗਾਣਾ ਫਿਲਮਾਇਆ ਜਾਣਾ ਹੈ ਤਾਂ ਉਹਨੂੰ ਕਿਸ ਤਰ੍ਹਾਂ ਗਾਉਣਾ ਹੈ, ਜੇ ਵਹੀਦਾ ਰਹਿਮਾਨ ਦੇ ਉੱਤੇ ਫਿਲਮਾਇਆ ਜਾਣਾ ਤਾਂ ਉਹਨੂੰ ਕਿਸ ਤਰ੍ਹਾਂ ਗਾਉਣਾ ਹੈ, ਜੇ ਜया ਬਚਨ ਹੈ ਜਾਂ ਫਿਰ ਅਗਲੀ ਪੀੜ੍ਹੀ ਦੀ ਆ ਗਈ, ਕਾਜੋਲ ਆ ਗਈ, ਪ੍ਰੀਤੀ ਜਿੰਟਾ ਆ ਗਈ, ਜੇ ਇਹਨਾਂ ਦੇ ਉੱਤੇ ਫਿਲਮਾਇਆ ਜਾਣਾ ਤੇ ਫਿਰ ਉਹਨੂੰ ਕਿਸ ਤਰ੍ਹਾਂ ਗਾਉਣਾ, ਉਹ ਉਹਦੇ ਵਿੱਚ ਇਸ ਤਰ੍ਹਾਂ ਦਾ ਟੱਚ ਦੇਣ ਦੀ ਕੋਸ਼ਿਸ਼ ਕਰਦੇ ਸੀ। ਜਿਹੜੀ ਉਹਨਾਂ ਦੀ ਭੈਣ ਆਸ਼ਾ ਭੋਂਸਲੇ, ਉਹਨਾਂ ਨੇ ਇਹ ਗੱਲ ਕੀਤੀ ਸੀ ਇੱਕ ਵਾਰ ਕਿ ਅਸੀਂ ਗਾਣੇ ਦੀ ਜਿਹੜੀ ਉਹਨਾਂ ਦੀ ਟਿਊਨ ਹੈ ਜਾਂ ਜਿਸ ਅੰਦਾਜ਼ ਵਿੱਚ ਉਹ ਗਾਉਂਦੇ ਆ ਉਹਨੂੰ ਵੇਖ ਕੇ ਇਹ ਸਮਝ ਜਾਂਦੇ ਆ ਕਿ ਇਹ ਗਾਣਾ ਜਿਹੜਾ ਇਹਨਾਂ ਨੇ ਕਿਸ ਅਭਿਨੇਤਰੀ ਵਾਸਤੇ ਗਾਇਆ ਹੈ। ਇੰਨੀ ਜ਼ਿਆਦਾ ਉਹਨਾਂ ਦੀ ਖਾਸੀਅਤ ਸੀ। ਔਰ ਇੱਕ ਗੀਤ ਜਿਹੜਾ ਉਹਨਾਂ ਨੇ ਵਾਸੂ ਜੀ ਗਾਇਆ ਸੀਗਾ, ਇਹ ਵਤਨ ਕਿ ਇਹ ਮੇਰੇ ਵਤਨ ਕੇ ਲੋਗੋ, ਹਾਲਾਂਕਿ ਕਿਸੇ ਫਿਲਮ ਵਿੱਚ ਨਹੀਂ ਸੀਗਾ ਗੀਤ। 1962 ਦੀ ਜਿਹੜੀ ਭਾਰਤ ਚੀਨ ਲੜਾਈ ਹੋਈ ਸੀ ਉਹਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਸੀਗੇ ਸਾਡੇ ਫੌਜੀ ਜਵਾਨ, ਉਹਨਾਂ ਵਾਸਤੇ ਉਹਨਾਂ ਨੇ ਗਾਇਆ ਸੀ। ਔਰ ਇਸ ਗੀਤ ਨੂੰ ਸੁਣ ਕੇ ਨਹਿਰੂ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ, ਉਹ ਭਾਵੁਕ ਹੋ ਗਏ ਸੀ ਉਹਨਾਂ ਦੇ ਗੀਤ ਨੂੰ ਸੁਣ ਕੇ। ਔਰ ਉਹ ਗੀਤ ਉਹਨਾਂ ਦਾ ਅਮਰ ਹੋ ਗਿਆ, ਅੱਜ ਵੀ ਉਸੇ ਢੰਗ ਦੇ ਨਾਲ ਗੱਲ ਹੈ। ਬਹੁਤ ਸਾਰੇ ਗੀਤ ਆ ਉਹਨਾਂ ਦੇ ਜਿਹੜੇ ਅੱਜ ਅਮਰ ਹੈ ਔਰ ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਆ। ਔਰ ਸ਼ਾਇਦ ਇਹ ਪਹਿਲੀ ਸ਼ਖਸੀਅਤ ਹੈ, ਐਡੀ ਮਹਾਨ ਸ਼ਖਸੀਅਤ, ਸੁਰਾਂ ਦੀ ਮਲਕਾ ਜਿਹੜੀ ਆ ਕਿ ਜਿਹਨੂੰ ਇੱਕ ਬੱਚੇ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਸਾਰੀਆਂ ਪਾਰਟੀਆਂ, ਧਰਮ, ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਮਤਲਬ ਸਿਰਿਓਂ ਜਿਹੜਾ ਅਸੀਂ ਸਾਰੇ ਦੇਸ਼ ਵਾਸੀਆਂ ਨੇ ਉਹਨਾਂ ਨੂੰ ਮਿਸ ਕੀਤਾ ਹੈ, ਉਹਨਾਂ ਦੇ ਚਲੇ ਜਾਣ ਦੇ ਉੱਤੇ ਜਿਹੜਾ ਸੋਗ ਦਾ ਪ੍ਰਗਟਾਵਾ ਕੀਤਾ ਹੈ। ਹਾਂਜੀ ਸੰਧੂ ਸਾਹਿਬ, ਜੇ ਹੁਣ ਅਸੀਂ ਭਾਰਤ ਤੇ ਚੀਨ ਦੇ ਆਪਸੀ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਦੋਨਾਂ ਮੁਲਕਾਂ ਦੇ ਵਿਚਕਾਰ ਤਕਰਾਰ ਚੱਲਦੀ ਰਹਿੰਦੀ ਹੈ, ਪਰ ਇੱਕ ਹਕੀਕਤ ਇਹ ਵੀ ਹੈ ਕਿ ਦੋਨੋਂ ਮੁਲਕ, ਖਾਸ ਤੌਰ ਤੇ ਭਾਰਤ, ਚੀਨ ਦੇ ਉੱਤੇ ਆਰਥਿਕਤਾ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਨਿਰਭਰ ਕਰਦੀ ਹੈ। ਪਿਛਲੇ ਦਿਨ ਹੀ ਕੁਝ ਦਿਨ ਪਹਿਲਾਂ ਹੈਦਰਾਬਾਦ ਦੇ ਵਿੱਚ ਸਵਾਮੀ ਰਾਮਾਨੁਜ ਜੀ ਹੈ, ਜਿਨ੍ਹਾਂ ਦੀ ਮੂਰਤੀ ਦਾ ਉਦਘਾਟਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਕੀਤਾ ਸੀ। ਔਰ ਉਹ ਮੂਰਤੀ ਜਿਹੜੀ ਹੈ ਉਹ ਚੀਨ ਦੀ ਇੱਕ ਕੰਪਨੀ ਨੇ, ਹਜੇ ਕਿ ਭਾਰਤ ਜਿਹੜਾ ਉਹ ਇਸ ਕਲਾ ਦੇ ਵਿੱਚ, ਆਰਟ ਦੇ ਵਿੱਚ, ਮੂਰਤੀ ਕਲਾ ਦੇ ਵਿੱਚ, ਵਸਤੂ ਕਲਾ ਦੇ ਵਿੱਚ, ਬਾਕੀ ਚਿੱਤਰ ਕਲਾ ਦੇ ਵਿੱਚ ਭਾਰਤ ਦਾ ਬੜਾ ਵੱਡਾ ਨਾਮ ਰਿਹਾ, ਬਹੁਤ ਜ਼ਿਆਦਾ। ਪਰ ਅਸੀਂ ਉਹ ਮੂਰਤੀ ਜਿਹੜੀ ਹੈ ਚੀਨ ਦੀ ਕੰਪਨੀ, ਇੱਕ ਐਰੋਜ਼ਨ ਕਾਰਪੋਰੇਸ਼ਨ ਹੈ, ਉਹਨਾਂ ਕੋਲੋਂ ਬਣਵਾਈ ਹੈ। ਅੱਛਾ ਜੀ। ਇਸ ਤੋਂ ਪਹਿਲਾਂ ਸਰਦਾਰ ਪਟੇਲ ਦੀ ਮੂਰਤੀ ਜਿਹੜੀ ਗੁਜਰਾਤ ਦੇ ਵਿੱਚ ਲੱਗੀ ਹੈ ਬਹੁਤ ਵੱਡੀ, ਉਹ ਵੀ ਉੱਥੋਂ ਹੀ ਬਣ ਕੇ ਆਈ ਹੈ। ਤੋ ਇਹ ਗੱਲਾਂ ਜਿਹੜੀਆਂ ਨੇ, ਇਹਨਾਂ ਦੇ ਨਾਲ ਨਾਲ ਅਸੀਂ ਅੱਗੇ ਜੇ ਦੇਖੀਏ ਤਾਂ ਸਾਲ 2021 ਦੇ ਵਿੱਚ 9.3 ਲੱਖ ਕਰੋੜ ਰੁਪਏ ਦਾ ਕਾਰੋਬਾਰ ਅਸੀਂ ਚੀਨ ਦੇ ਨਾਲ ਕੀਤਾ ਹੈ। ਉੱਥੇ ਡਾਂਗਾਂ ਕੱਸੀਆਂ ਹੋਈਆਂ, ਬਾਰਡਰ ਦੇ ਉੱਤੇ ਬੰਦੂਕਾਂ ਵੀ ਕੱਸੀਆਂ ਹੋਈਆਂ। ਉੱਥੇ ਜਦੋਂ ਗਲਵਾਨ ਘਾਟੀ ਵਾਲਾ ਕਾਂਡ ਹੋਇਆ ਸੀ, ਉਹਦੇ ਵਿੱਚ ਭਾਰਤ ਦੇ ਕਿੰਨੇ ਸੈਨਿਕ ਮਾਰੇ ਗਏ, ਚੀਨ ਦੇ ਸੈਨਿਕ ਵੀ ਮਾਰੇ ਗਏ। ਉਹਦੇ ਤੋਂ ਬਾਅਦ ਰੋਜ਼ ਨਕਸ਼ਿਆਂ 'ਚ, ਮੀਡੀਆ 'ਚ, ਅਖਬਾਰਾਂ 'ਚ ਇਹ ਗੱਲ ਦੱਸੀ ਜਾਂਦੀ ਹੈ ਕਿ ਉਹ ਸਰਹੱਦ ਦੇ ਨਾਲ ਸੜਕ ਬਣਾ ਰਿਹਾ, ਉਹ ਉੱਥੇ ਰੇਲਵੇ ਸਟੇਸ਼ਨ ਬਣਾ ਰਿਹਾ, ਉੱਥੇ ਪਟੜੀ ਵਿਛਾ ਰਿਹਾ, ਉਹ ਆਪਣੀਆਂ ਕਲੋਨੀਆਂ ਵਸਾ ਰਿਹਾ। ਮਤਲਬ ਇੰਝ ਲੱਗਦਾ ਹੈ ਕਿ ਇੱਕ ਦੂਜੇ ਨੂੰ ਨੱਪਣ ਦੀ, ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੰਦੂਕਾਂ ਤਣੀਆਂ ਹੋਈਆਂ। ਦੂਜੇ ਪਾਸੇ ਜਿਹੜਾ ਕਾਰੋਬਾਰ, ਵਪਾਰ ਹੈ, ਇਹ ਬੜਾ ਹੈਰਾਨੀਜਨਕ ਹੈ ਕਿ 9.3 ਲੱਖ ਕਰੋੜ ਰੁਪਏ ਦਾ ਕਾਰੋਬਾਰ ਇੱਕੋ ਸਾਲ ਦੇ ਵਿੱਚ ਕਰਨਾ, ਔਰ ਉਹਦੇ ਵਿੱਚ ਵੀ ਜਿਹੜਾ 7 ਲੱਖ ਕਰੋੜ ਤੋਂ ਵੱਧ ਦਾ ਸਮਾਨ ਅਸੀਂ ਖਰੀਦਿਆ ਉਹਦੇ ਕੋਲੋਂ ਜੀ। ਸਿਰਫ 2 ਲੱਖ ਕਰੋੜ ਦਾ ਉਹਨੂੰ ਵੇਚਿਆ, 7 ਲੱਖ ਕਰੋੜ ਤੋਂ ਵੱਧ ਦਾ ਸਮਾਨ ਅਸੀਂ ਚੀਨ ਕੋਲੋਂ ਖਰੀਦਿਆ। ਕਿ ਅਸੀਂ ਅੱਜ ਸਮਾਨ ਦੀ ਖਰੀਦੋ ਫਰੋਖਤ ਵਿੱਚ, ਨਿਰਮਾਣ ਕਲਾ ਦੇ ਵਿੱਚ, ਉਸਾਰੀ ਦੇ ਵਿੱਚ, ਕਈ ਹੋਰ ਸੈਕਟਰ ਦੇ ਵਿੱਚ ਅਸੀਂ ਚੀਨ ਦੇ ਉੱਤੇ ਨਿਰਭਰ ਹੁੰਦੇ ਜਾ ਰਹੇ ਹਾਂ, ਜਾਂ ਚੀਨ ਤੋਂ ਬਗੈਰ ਸਾਡੀ ਕੋਈ ਗਤੀ ਨਹੀਂ। ਤੇ ਫਿਰ ਜਿਹੜੀਆਂ ਬੰਦੂਕਾਂ ਤਣੀਆਂ, ਉਹ ਜਿਹੜੀਆਂ ਉਹ ਕੀ ਇਸ਼ਾਰਾ ਕਰਦੀਆਂ, ਤੇ ਜਿਹੜਾ ਵਪਾਰ ਹੈ ਇਹ ਕੀ ਇਸ਼ਾਰਾ ਕਰਦਾ ਹੈ। ਮਤਲਬ ਇਸ ਤਰ੍ਹਾਂ ਦੇ ਸੰਬੰਧ ਸਾਡੇ ਚੀਨ ਦੇ ਨਾਲ, ਡਰੈਗਨ ਦੇ ਨਾਲ ਨੇ ਕਿ ਉਹ ਸਾਡੇ ਹਰੇਕ ਸੈਕਟਰ ਨੂੰ ਜਿਹੜਾ ਚੀਨ ਆ ਉਹ ਅੱਜ ਪ੍ਰਭਾਵਿਤ ਕਰ ਰਿਹਾ। ਅਸੀਂ ਛੋਟੀਆਂ ਛੋਟੀਆਂ ਚੀਜ਼ਾਂ, ਇੱਥੋਂ ਤੱਕ ਕਿ ਪਤੰਗ ਦੀ ਡੋਰ ਵੀ ਚੀਨ ਤੋਂ ਆਉਂਦੀ ਹੈ। ਸਾਈਕਲ ਇੰਡਸਟਰੀ ਜਿਹੜੀ ਸਾਡੀ ਸੀ ਉਹ ਲਗਭਗ ਖਤਮ ਹੋ ਗਈ, ਚੀਨ ਨੇ ਉਹਦੇ ਉੱਤੇ ਵੀ ਪੂਰਾ ਕਬਜ਼ਾ ਕਰ ਲਿਆ।
ਹੋਰ ਵੀ ਬਹੁਤ ਸਾਰਾ ਮਤਲਬ ਸਾਜ਼ੋ ਸਮਾਨ ਹੈ ਜਿਹੜਾ ਸਾਡੇ ਛੋਟੇ ਛੋਟੇ ਯੂਨਿਟ ਅੱਗੇ ਚੱਲਦੇ ਸੀਗੇ, ਸਿਲਾਈ ਮਸ਼ੀਨਾਂ ਬਣਾਉਂਦੇ ਸੀ, ਸਾਈਕਲ ਬਣਾਉਂਦੇ ਸੀ, ਟਰਾਈਸਾਈਕਲ ਬਣਾਉਂਦੇ ਸੀ, ਔਰ ਜਿਹੜਾ ਆਪਣੇ ਦੀਵਾਲੀ ਦੇ ਉੱਤੇ ਸਾਰਾ ਸਾਜ਼ੋ ਸਮਾਨ ਹੈ, ਬੱਲਬ, ਲੜੀਆਂ, ਹੋਰ ਕਈ ਕੁਛ, ਪੂਰੇ ਦਾ ਪੂਰਾ ਸਾਰਾ ਚੀਨ ਤੋਂ ਹੀ ਆ ਰਿਹਾ। ਮਤਲਬ ਅਸੀਂ ਕਈ ਖੇਤਰਾਂ ਦੇ ਵਿੱਚ ਇੰਝ ਲੱਗਦਾ ਕਿ ਅਸੀਂ ਜਿਹੜਾ ਨਾ ਚੀਨ ਦੇ ਉੱਤੇ ਨਿਰਭਰ ਹੁੰਦੇ ਜਾ ਰਹੇ ਹਾਂ, ਅਤੇ ਦੂਜੇ ਪਾਸੇ ਇੱਕ ਪਾਸੇ ਤਕਰਾਰ ਚੱਲਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਜਿਹੜਾ ਵਪਾਰ ਵੀ ਚੱਲਦਾ ਰਹਿੰਦਾ ਹੈ। ਸਿਆਸਤ ਦੀਆਂ ਕਈ ਗੱਲਾਂ ਜਿਹੜੀਆਂ ਉਹ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੀਆਂ, ਜਾਂ ਸੱਤਾਧਾਰੀ ਧਿਰਾਂ ਜਿਹੜੀਆਂ ਨੇ ਉਹ ਕਿਸ ਢੰਗ ਦੇ ਨਾਲ ਵਿਹਾਰ ਵਰਤਾਵ ਕਰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਸਮਝ 'ਚ ਨਹੀਂ ਆਉਂਦੀਆਂ, ਪਰ ਇਹ ਹਕੀਕਤ ਹੈ ਜਿਹੜੀ ਹੈ, ਰਿਟਨ ਹੈ। ਹਾਂਜੀ ਜੀ ਸੰਧੂ ਸਾਹਿਬ, ਹੁਣ ਇਹ ਵੀ ਖਬਰ ਆ ਰਹੀ ਹੈ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵੀ ਕੋਈ ਗਲਤੀ ਹੋਈ ਹੈ, ਉਹਨਾਂ ਤੇ ਕੋਈ ਹਮਲਾ ਹੋਇਆ ਜੀ ਚਲਦੀ ਕਾਰ 'ਚ? ਇਹਨੂੰ ਹਮਲਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹਦਾ ਅੱਗੇ ਜਿਹੜਾ ਫੋਲੋਅਪ ਸੀ ਉਹ ਨਹੀਂ ਆਇਆ, ਪਰ ਇਸ ਚੀਜ਼ ਦਾ ਜਿਹੜਾ ਚਰਚਾ ਬਹੁਤ ਜ਼ਿਆਦਾ ਹੋਇਆ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਆ ਰਹੇ ਸੀਗੇ ਤੇ ਉਦੋਂ ਵੀ ਇਹ ਗੱਲ ਹੀ ਹੋਈ ਸੀ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਜਿਹੜੀ ਹੈ ਚੂਕ ਰਹਿ ਗਈ ਹੈ, ਖਾਮੀ ਰਹਿ ਗਈ ਹੈ, ਗਲਤੀ ਹੋਈ ਹੈ ਉਹਨਾਂ ਸੁਰੱਖਿਆ ਦੇ ਵਿੱਚ। ਜਿਹੜੇ ਰਸਤੇ ਉਹ ਲੰਘ ਰਹੇ ਸੀਗੇ ਉਹਨੂੰ ਲੋਕਾਂ ਨੇ ਬਲੌਕ ਕੀਤਾ ਔਰ ਉਹ 15-20 ਮਿੰਟ ਉੱਥੇ ਖੜੇ ਰਹੇ, ਫਿਰ ਉਹ ਰੈਲੀ ਕੀਤੇ ਤੋਂ ਬਗੈਰ ਹੀ ਉੱਥੋਂ ਵਾਪਸ ਮੁੜ ਗਏ। ਔਰ ਹੁਣ ਦੂਜੇ ਪਾਸੇ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਦੇਸ਼ ਦੇ ਵਿੱਚ, ਕਾਂਗਰਸ ਨੈਸ਼ਨਲ ਪੱਧਰ ਦੇ ਉੱਤੇ, ਉਹਦੇ ਜਿਹੜੇ ਆਗੂ ਹੈ ਰਾਹੁਲ ਗਾਂਧੀ ਹੋਰੀ ਜਦੋਂ ਲੁਧਿਆਣੇ ਆਏ, ਜਿਸ ਵੇਲੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ CM ਫੇਸ ਜਿਹੜਾ ਐਲਾਨਿਆ, ਉਸ ਦੌਰਾਨ ਜਦੋਂ ਉਹ ਜਾ ਰਹੇ ਸੀ ਗੱਡੀ ਦੇ ਵਿੱਚ ਬੈਠੇ, ਉਹਨਾਂ ਦੇ ਨਾਲ ਨਵਜੋਤ ਸਿੱਧੂ ਵੀ ਬੈਠੇ ਸੀ ਇੱਕ ਪਾਸੇ, ਚਰਨਜੀਤ ਸਿੰਘ ਚੰਨੀ ਵੀ ਬੈਠੇ ਸੀ ਇੱਕ ਪਾਸੇ, ਤੇ ਕਿਸੇ ਨੌਜਵਾਨ ਨੇ ਉਹਨਾਂ ਦੇ ਵੱਲ ਝੰਡਾ ਸੁੱਟਿਆ ਔਰ ਉਸ ਵੇਲੇ ਇਹ ਵੀ ਕਹਿੰਦੇ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਖੁੱਲ੍ਹਾ ਸੀ ਔਰ ਉਹ ਝੰਡਾ ਉਹਨਾਂ ਦੇ ਮੂੰਹ ਦੇ ਉੱਤੇ ਲੱਗਿਆ ਜਾ ਕੇ। ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਿਹੜੀਆਂ ਸੀ ਇੱਕਦਮ ਚੌਕਸ ਹੋਈਆਂ, ਅਲਰਟ ਹੋਈਆਂ। ਸਵਾਲ ਇਹ ਹੈ ਕਿ ਸੁਰੱਖਿਆ ਏਜੰਸੀਆਂ ਬਾਅਦ ਵਿੱਚ ਕਿਉਂ ਅਲਰਟ ਹੁੰਦੀਆਂ, ਪਹਿਲਾਂ ਕਿਉਂ ਨਹੀਂ ਅਲਰਟ ਹੁੰਦੀਆਂ? ਜਾਂ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਂ ਕੀਤੇ ਜਾਣੇ ਚਾਹੀਦੇ ਆ, ਜਾਂ ਉਹਨਾਂ ਨੂੰ ਫੋਲੋ ਕੀਤਾ ਜਾਣਾ ਚਾਹੀਦਾ ਹੈ ਕਿ ਇੱਕ ਗੱਡੀ ਜਾ ਰਹੀ ਹੈ ਰਸਤੇ ਵਿੱਚ, ਕੋਈ ਵੀ ਉਹਦੇ ਤੇ ਉਹਨਾਂ ਨੇ ਝੰਡਾ ਹੀ ਸੁੱਟਿਆ, ਮਤਲਬ ਕੋਈ ਇੱਟ ਵੱਟਾ ਪੱਥਰ ਵੀ ਸੁੱਟ ਸਕਦੇ ਸੀ, ਕੋਈ ਹੋਰ ਚੀਜ਼ ਵੀ ਸੁੱਟ ਸਕਦੇ ਸੀ। ਇਸ ਚੀਜ਼ ਨੂੰ ਪਹਿਲਾਂ ਤੋਂ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇੱਕ ਖਬਰ ਇਹ ਵੀ ਆਈ ਬਾਅਦ 'ਚ ਕਿ ਸ਼ਾਇਦ ਉਹ ਕਾਂਗਰਸ ਦੇ ਨਾਲ ਹੀ ਸੰਬੰਧਿਤ ਸੀ ਉਹ ਨੌਜਵਾਨ ਜਿਹੜਾ, ਤੇ ਉਹਨੇ ਕਾਂਗਰਸ ਦਾ ਹੀ ਝੰਡਾ ਉਹਨਾਂ ਦੇ ਵੱਲ ਸੁੱਟਿਆ, ਪਰ ਉਹ ਕੀ ਸਾਬਤ ਕਰਨਾ ਚਾਹੁੰਦਾ ਸੀ, ਕੀ ਦੱਸਣਾ ਚਾਹੁੰਦਾ ਸੀ, ਇਹ ਚੀਜ਼ ਅਜੇ ਜਿਹੜੀ ਹੈ ਬਾਅਦ ਦੇ ਵਿੱਚ ਸਾਹਮਣੇ ਨਹੀਂ ਆਈ ਕਿ ਸੁਰੱਖਿਆ ਏਜੰਸੀਆਂ ਨੇ ਉਹਦੇ ਕੋਲੋਂ ਪੁੱਛਗਿੱਛ ਕੀਤੀ ਹੈ ਕਿ ਨਹੀਂ ਉਸ ਨੌਜਵਾਨ ਕੋਲੋਂ, ਜਾਂ ਉਹਦਾ ਮਕਸਦ ਕੀ ਸੀਗਾ ਇਹ ਝੰਡਾ ਸੁੱਟਣ ਦਾ। ਪਰ ਉਸ ਤੋਂ ਬਾਅਦ ਫਿਰ ਉਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਬੰਦ ਕਰਵਾਏ ਗਏ ਸੁਰੱਖਿਆ ਏਜੰਸੀਆਂ ਵੱਲੋਂ, ਔਰ ਫਿਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮਤਲਬ ਘੇਰਾ ਜਿਹੜਾ ਪਾ ਕੇ ਫਿਰ ਉੱਥੋਂ ਉਸ ਇਲਾਕੇ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਸੜਕ ਦੇ ਦੋਹੀਂ ਪਾਸੇ ਖੜੇ ਸੀ ਉੱਥੋਂ ਕੱਢਿਆ ਗਿਆ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਜਦੋਂ ਕੋਈ ਇੰਨਾ ਵੱਡਾ ਲੀਡਰ ਜਾਂ ਨੇਤਾ ਆਉਂਦਾ, ਹੁਣ ਆਪਾਂ ਦੋ ਚੀਜ਼ਾਂ ਦੇਖੀਏ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ, ਉਹ ਕੀ ਗੱਲ ਸੀ, ਕਿਉਂ ਹੋਈ, ਕਿਵੇਂ ਹੋਈ, ਪਰ ਉਹਨਾਂ ਦੀ ਸੜਕ ਤਾਂ ਰੋਕੀ ਗਈ, ਬਲੌਕ ਹੋਇਆ ਉੱਥੇ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਦੂਜੀ ਗੱਲ ਇਹ ਆ ਜਿਹੜੀ ਇਹ ਵੀ ਆਈ ਹੈ ਕਿ ਉਹਨਾਂ ਦੇ ਉੱਤੇ ਹੁਣ ਝੰਡਾ ਸੁੱਟਿਆ ਗਿਆ, ਜੇ ਕੋਈ ਹੋਰ ਚੀਜ਼ ਸੁੱਟੀ ਜਾਂਦੀ ਤੇ ਉਹਦੇ ਨਾਲ ਨੁਕਸਾਨ ਵੀ ਹੋ ਸਕਦਾ ਸੀ ਜ਼ਿਆਦਾ। ਸੁਰੱਖਿਆ ਏਜੰਸੀਆਂ ਨੂੰ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਇਹ ਸੋਚਣਾ ਚਾਹੀਦਾ ਹੈ, ਤਾਂ ਕਿ ਇਸ ਤਰ੍ਹਾਂ ਉਹ ਸੁਨੀਲ ਜਾਖੜ ਉਹ ਗੱਡੀ ਚਲਾ ਰਹੇ ਸੀਗੇ ਜਿਹਦੇ ਵਿੱਚ ਰਾਹੁਲ ਹੁਣੀ ਬੈਠੇ ਸੀਗੇ ਔਰ ਨਾਲ ਚਰਨਜੀਤ ਚੰਨੀ, ਨਵਜੋਤ ਸਿੱਧੂ, ਸਾਰੇ ਆਦਮੀ ਮਤਲਬ VIP ਲੋਕ ਬੈਠੇ ਉਹਦੇ ਵਿੱਚ, ਔਰ ਕੋਈ ਵੀ ਰਸਤੇ ਵੀ ਤੁਰੀ ਜਾਂਦੀ ਭੀੜ ਜਿਹੜੀ ਉਹ ਕੋਈ ਸ਼ਰਾਰਤ ਕਰਦੀ ਹੈ ਜੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਹੀ ਇਹਦੇ ਬਾਰੇ ਚੌਕਸ ਹੋਣਾ ਚਾਹੀਦਾ ਹੈ, ਔਰ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਕਿ ਆਪਣੇ ਭਾਵਾਂ ਦਾ ਪ੍ਰਗਟਾਵਾ ਕਿਸੇ ਹੋਰ ਢੰਗ ਦੇ ਨਾਲ ਕਰਨ। ਔਰ ਇਹ ਵੀ ਪਤਾ ਲੱਗਿਆ ਹੁਣ ਇੱਕ ਖਬਰ ਇਸ ਤਰ੍ਹਾਂ ਦੀ, ਕੋਈ ਫਲੈਸ਼ ਇਹ ਵੀ ਆ ਰਹੀ ਹੈ ਕਿ ਪੁਲਿਸ ਨੇ ਉਸ ਨੌਜਵਾਨ ਨੂੰ ਫੜ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਪੁੱਛਗਿੱਛ ਕਰਕੇ ਉਹਨੂੰ ਛੱਡ ਦਿੱਤਾ। ਇਹ ਕੋਈ ਨਦੀਮ ਖਾਨ ਨਾਂ ਦਾ ਉਹ ਬੰਦਾ ਦੱਸਿਆ ਜਾਂਦਾ ਹੈ ਕਿ ਜਿਹਨੂੰ ਫੜਿਆ ਸੀ, ਉਹ ਕਹਿੰਦੇ ਕਿ ਉਹ ਰਾਹੁਲ ਗਾਂਧੀ ਨੂੰ ਵੇਖ ਕੇ ਭਾਵੁਕ ਹੋ ਗਿਆ ਸੀ ਔਰ ਇੰਨਾ ਜ਼ਿਆਦਾ ਉਤਸੁਕ ਹੋ ਗਿਆ ਸੀ ਕਿ ਉਹਨੇ ਮਤਲਬ ਆਪਣਾ ਭਾਵਨਾਵਾਂ ਦਾ ਪ੍ਰਗਟਾਵਾ ਜਿਹੜਾ ਸੀ ਉਹ ਝੰਡਾ ਸੁੱਟ ਕੇ ਕੀਤਾ। ਹਾਂਜੀ ਸੰਧੂ ਸਾਹਿਬ, ਹੁਣ ਇਹ ਵੀ ਖਬਰ ਹੈ ਕਿ BSP ਦੇ ਸੁਪਰੀਮੋ ਮਾਇਆਵਤੀ ਕੱਲ੍ਹ ਨਵਾਂ ਸ਼ਹਿਰ 'ਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ। ਸੋ ਇਹ ਰੈਲੀ ਇਨ ਪਰਸਨ ਹੋਣੀ ਹੈ ਕਿ ਇਹ ਵਰਚੁਅਲ ਹੋਏਗੀ ਜੀ? ਇਹਦੇ ਬਾਰੇ ਅਜੇ ਉਹਨਾਂ ਨੇ ਦੱਸਿਆ ਨਹੀਂ ਹੈ ਕੋਈ, ਪਰ ਰੈਲੀ ਵਰਚੁਅਲ ਹੀ ਹੋਵੇਗੀ ਕਿਉਂਕਿ ਬਹੁਤ ਵੱਡਾ ਇਕੱਠ ਜਿਹੜਾ ਉਹ ਕਰ ਨਹੀਂ ਸਕਦੇ, ਜਾਂ ਸ਼ਾਇਦ ਹੋ ਸਕਦਾ ਕਿ ਇਕੱਠ ਵੀ ਐਡਾ ਵੱਡਾ ਨਹੀਂ ਹੋਏਗਾ ਕਿਉਂਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਸਾਂਝੇ ਤੌਰ ਤੇ ਇਸ ਵਾਰੀ ਪੰਜਾਬ ਦੀਆਂ ਚੋਣਾਂ ਲੜ ਰਹੀ ਹੈ।
ਪਹਿਲਾਂ ਵੀ ਮਤਲਬ ਇੱਕ ਦੋ ਵਾਰ ਇਹ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਗੱਠਜੋੜ ਹੋਇਆ ਸੀਗਾ, ਖਾਸ ਕਰਕੇ 1996 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਲ ਕੇ ਇਹਨਾਂ ਨੇ ਚੋਣਾਂ ਲੜੀਆਂ ਸੀ। ਉਹਦੇ ਤੋਂ ਬਾਅਦ ਤਾਂ ਅਕਾਲੀ ਦਲ ਜਿਹੜਾ ਸੀਗਾ ਉਹ ਕਾਫੀ ਚੋਣਾਂ ਜਿਹੜੀਆਂ ਉਹਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਲੜੀਆਂ। ਸੋ ਇਸ ਵਾਰੀ ਕਿਉਂਕਿ ਦੁਆਬਾ ਖੇਤਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਆਧਾਰ ਹੈ ਉਹ ਦੁਆਬਾ ਖੇਤਰ ਦੇ ਵਿੱਚ ਹੀ ਹੈ। ਇਸ ਕਰਕੇ ਹੀ ਦੁਆਬਾ ਖੇਤਰ ਦੇ ਵਿੱਚ ਇਹ ਰੈਲੀ ਰੱਖੀ ਗਈ ਹੈ ਔਰ ਬਹੁਜਨ ਸਮਾਜ ਪਾਰਟੀ ਦੇ 7 ਉਮੀਦਵਾਰ ਜਿਹੜੇ ਖੜੇ ਆ ਉਹ ਇੱਥੋਂ ਹੀ ਖੜੇ ਆ ਦੁਆਬਾ ਚੋਂ। ਕੁੱਲ ਉਹਨਾਂ ਦੇ ਹਿੱਸੇ 20 ਸੀਟਾਂ ਆਈਆਂ, 97 ਸੀਟਾਂ ਦੇ ਉੱਤੇ ਅਕਾਲੀ ਦਲ ਲੜ ਰਿਹਾ ਤੇ 20 ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਲੜ ਰਹੀ ਹੈ। ਉਹਦੇ ਵਿੱਚੋਂ 7 ਸੀਟਾਂ ਜਿਹੜੀਆਂ ਨੇ ਉਹ ਇਸ ਖੇਤਰ ਦੇ ਵਿੱਚ ਨੇ, ਦੁਆਬਾ ਖੇਤਰ ਦੇ ਵਿੱਚ। ਇਸ ਕਰਕੇ ਨਵਾਂ ਸ਼ਹਿਰ ਦੇ ਵਿੱਚ ਰੈਲੀ ਰੱਖੀ ਗਈ ਹੈ ਉਹਨਾਂ ਦੀ, ਕਿਉਂਕਿ ਇੱਥੇ ਇਹਨਾਂ ਦਾ ਵੋਟ ਬੈਂਕ ਵੀ ਜ਼ਿਆਦਾ ਹੈ ਤੇ ਕੈਂਡੀਡੇਟ ਵੀ ਇਹਨਾਂ ਦੇ ਜ਼ਿਆਦਾ ਨੇ। ਔਰ ਉਹ ਹੋ ਸਕਦਾ ਹੈ ਕਿ ਹੋਰ ਵੀ ਬਾਅਦ ਵਿੱਚ ਕਿਸੇ ਜਗ੍ਹਾ ਜਿਹੜੀਆਂ ਅਕਾਲੀ ਦਲ ਦੀਆਂ ਰੈਲੀਆਂ ਨੂੰ ਵੀ ਉਹ ਸੰਬੋਧਨ ਕਰਨ ਜਾਂ ਹੋਰ ਜਗ੍ਹਾ ਵੀ ਜਾਣ, ਪਰ ਪਹਿਲਾਂ ਉਹ ਸਭ ਤੋਂ ਉੱਥੇ ਹੀ ਕੇਂਦਰਿਤ ਕਰ ਰਹੇ ਧਿਆਨ ਜਿੱਥੇ ਬਹੁਜਨ ਸਮਾਜ ਪਾਰਟੀ ਦਾ ਆਪਣਾ ਜ਼ਿਆਦਾ ਵੋਟ ਬੈਂਕ ਆ ਤੇ ਆਪਣੇ ਹੀ ਉਹਨਾਂ ਦੇ ਜ਼ਿਆਦਾ ਕੈਂਡੀਡੇਟ ਉੱਥੋਂ ਖੜੇ ਨੇ। 2 ਵਜੇ ਦੇ ਕਰੀਬ ਉਹਨਾਂ ਦੀ ਅੱਜ ਰੈਲੀ ਹੈ। ਰੈਲੀ ਵਿੱਚ ਬਹੁਜਨ ਸਮਾਜ ਪਾਰਟੀ ਜਾਂ ਮਾਇਆਵਤੀ ਕਿਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੀ ਹੈ, ਕਿਉਂਕਿ ਯੂਪੀ ਵਿੱਚ ਤਾਂ ਬਹੁਜਨ ਸਮਾਜ ਪਾਰਟੀ ਇਸ ਵਾਰੀ ਇੰਜ ਦਿਖਾਈ ਦੇ ਰਿਹਾ ਕਿ ਬੈਕਫੁੱਟ ਤੇ ਚੱਲ ਰਹੀ ਹੈ ਔਰ ਉਹਨਾਂ ਨੂੰ ਉੱਥੇ ਜਿੱਦਾਂ ਉੱਥੇ ਵੀ ਇਸ਼ਾਰਾ ਹੋਇਆ ਸੀ ਉਹਨਾਂ ਨੂੰ ਸਮਾਜਵਾਦੀ ਪਾਰਟੀ ਵੱਲੋਂ ਗੱਠਜੋੜ ਕਰਨ ਦਾ, ਪਰ ਉਹਨਾਂ ਦਾ ਗੱਠਜੋੜ ਆਪਸ ਵਿੱਚ ਨਹੀਂ ਹੋ ਸਕਿਆ, ਨਾ ਹੀ ਕਾਂਗਰਸ ਨਾਲ ਹੋ ਸਕਿਆ ਤੇ ਨਾ ਹੀ ਸਮਾਜਵਾਦੀ ਦੀ ਪਾਰਟੀ ਨਾਲ ਹੋ ਸਕਿਆ। ਇਸ ਕਰਕੇ ਉੱਥੇ ਵੀ ਇਕੱਲੀ ਲੜ ਰਹੀ ਹੈ। ਤੇ ਦੂਜੀ ਵੱਡੀ ਗੱਲ ਇਹ ਵੀ ਹੈ ਕਿ ਜਿਹੜੇ ਮਾਇਆਵਤੀ ਹੈ ਉਹ ਆਪ ਇਸ ਵਾਰੀ ਚੋਣ ਨਹੀਂ ਲੜ ਰਹੇ ਕਿਤੋਂ ਵੀ ਜੀ। ਉਹਨਾਂ ਨੇ ਆਪਣੇ ਕੈਂਡੀਡੇਟ ਜਿਹੜੇ ਆ ਉਹ ਹੀ ਮੈਦਾਨ ਦੇ ਵਿੱਚ ਉਤਾਰੇ ਹੈ ਤੇ ਪਰ ਉਹ ਪੰਜਾਬ ਦੇ ਵਿੱਚ ਇਹ ਉਹਨਾਂ ਦਾ ਪਹਿਲੀ ਰੈਲੀ ਹੈ। ਹਾਲਾਂਕਿ ਯੂਪੀ ਵਿੱਚ ਵੀ ਉਹਨਾਂ ਨੇ ਕੋਈ ਇੰਨੀਆਂ ਜ਼ਿਆਦੀਆਂ ਰੈਲੀਆਂ ਨਹੀਂ ਕੀਤੀਆਂ, ਕੋਈ ਛੋਟੀਆਂ ਮੋਟੀਆਂ ਮੀਟਿੰਗਾਂ ਹੀ ਕੀਤੀਆਂ, ਵੱਡੀਆਂ ਰੈਲੀਆਂ ਯੂਪੀ ਵਿੱਚ ਵੀ ਮਾਇਆਵਤੀ ਨੇ ਨਹੀਂ ਕੀਤੀਆਂ। ਪਰ ਇਹ ਇੱਕ ਰੈਲੀ ਹੈ ਪਹਿਲੀ ਅੱਜ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਰੱਖੀ ਹੈ ਉਹਨਾਂ ਨੇ। ਔਰ ਇਸ ਦੌਰਾਨ ਉੱਥੇ ਉਹ ਕੀ ਆਪਣਾ ਸੰਦੇਸ਼ ਦਿੰਦੇ ਆ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਗੱਠਜੋੜ ਬਾਰੇ ਜਾਂ ਕੀ ਗੱਲ ਕਰਦੇ ਆ, ਇਸ ਨੂੰ ਫੇਰ ਆਪਾਂ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਇਹਨਾਂ ਦਾ ਜਿਹੜਾ ਭਵਿੱਖ ਦਾ ਪ੍ਰੋਗਰਾਮ ਕੀ ਹੈ। ਤੇ ਸੰਧੂ ਸਾਹਿਬ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਭਾਸ਼ਣ ਦਿੱਤਾ ਲੋਕ ਸਭਾ ਦੇ ਵਿੱਚ, ਉਹਦਾ ਬੜਾ ਚਰਚਾ ਹੈ ਜੀ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਸਾਨੂੰ ਕਿ ਕੀ ਗੱਲ ਹੋਈ ਉੱਥੇ। ਉਹਨਾਂ ਦਾ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ ਹੈ ਕਿ ਅਸੀਂ 100 ਸਾਲ ਜਿਹੜਾ ਰਾਜ ਨਹੀਂ ਕਰਨ ਦੇਵਾਂਗੇ ਕਾਂਗਰਸ ਪਾਰਟੀ ਨੂੰ। ਔਰ ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਹੈ ਕਿ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਜਿਹੜੀਆਂ ਦੂਜੀਆਂ ਪਾਰਟੀਆਂ ਹੁਣ ਤੱਕ ਉਹਨਾਂ ਨੇ ਕਿਸੇ ਵੀ ਖੇਤਰ ਦੇ ਵਿੱਚ ਪ੍ਰਗਤੀ ਨਹੀਂ ਕੀਤੀ, ਕਿਸੇ ਖੇਤਰ ਦੇ ਵਿੱਚ ਵੀ ਉਹ ਜਿਹੜਾ ਦੇਸ਼ ਦੀ ਠੀਕ ਅਗਵਾਈ ਨਹੀਂ ਕਰ ਸਕੇ, ਠੀਕ ਯੋਗਦਾਨ ਜਿਹੜਾ ਉਹ ਨਹੀਂ ਪਾ ਸਕੇ। ਔਰ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਹੈ ਜਿਹੜੀ ਸਥਿਰਤਾ ਵਾਲੀ ਸਰਕਾਰ ਦੇ ਸਕਦੀ ਹੈ। ਉਹਨਾਂ ਨੇ ਇਹ ਬੜੇ ਸਾਫ਼ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਇਹਨਾਂ ਨੇ ਹਮੇਸ਼ਾ ਭਾਰਤ ਨੂੰ ਨੁਕਸਾਨ ਹੀ ਪਹੁੰਚਾਇਆ ਹੈ ਔਰ ਸੰਸਾਰ ਦੇ ਵਿੱਚ ਵੀ ਜਿਹੜਾ ਸਾਡਾ ਦੇਸ਼ ਜਿਹੜਾ ਉਹ ਇੱਕ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਪਛੜ ਕੇ ਰਹਿ ਗਿਆ ਵਿਰੋਧੀ ਪਾਰਟੀਆਂ ਕਰਕੇ। ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ, ਸਾਡੀ ਸਰਕਾਰ ਜਿਹੜੀ ਆ ਉਹ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਦੇਸ਼ ਦਾ ਵਕਾਰ ਉੱਚਾ ਕਰਨ ਵਾਸਤੇ ਔਰ ਦੇਸ਼ ਨੂੰ ਮਜ਼ਬੂਤ ਬਣਾਉਣ ਵਾਸਤੇ ਇਕਜੁੱਟਤਾ। ਹੁਣ ਦੇਖੋ ਹਰ ਪਾਰਟੀ ਜਿਹੜੀ ਹੈ ਜਾਂ ਹਰ ਲੀਡਰ ਹੈ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਹੀ ਕਰਦਾ ਹੈ। ਉਹ ਸਭ ਤੋਂ ਵੱਧ ਇਹੀ ਕਹਿੰਦੇ ਆ ਕਿ ਸਭ ਤੋਂ ਵੱਧ ਵਿਕਾਸ ਦਾ ਏਜੰਡਾ ਜਿਹੜਾ ਉਹ ਸਾਡੇ ਕੋਲ ਹੈ, ਅਸੀਂ ਹੀ ਖੁਸ਼ਹਾਲੀ ਲੈ ਕੇ ਆ ਸਕਦੇ ਹਾਂ, ਅਸੀਂ ਹੀ ਸ਼ਾਂਤੀ ਲੈ ਕੇ ਆ ਸਕਦੇ ਹਾਂ। ਜੇ ਉਹਨਾਂ ਨੇ ਇਹ ਕਿਹਾ ਕਿ ਵਿਰੋਧੀ ਧਿਰਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਔਰ ਵਿਸ਼ਵ ਆਰਡਰ ਦੇ ਵਿੱਚ ਜਿਹੜਾ ਉਹਦਾ ਸਥਾਨ ਸੀਗਾ ਉਹ ਡਿੱਗਿਆ ਥੱਲੇ ਔਰ ਸਾਡੀ ਸਰਕਾਰ ਆਉਣ ਦੇ ਨਾਲ ਵਿਸ਼ਵ ਦੇ ਵਿੱਚ ਉਹਦਾ ਸਥਾਨ ਜਿਹੜਾ ਸਿਰ ਉੱਚਾ ਹੋਇਆ ਪਹਿਲਾਂ ਦੇ ਮੁਕਾਬਲੇ, ਤਾਂ ਹਰ ਸਰਕਾਰ ਜਿਹੜੀ ਹੈ ਉਹਦੇ ਕੋਲ ਇਹੋ ਜਿਹਾ ਹੀ ਪ੍ਰੋਗਰਾਮ ਹੁੰਦਾ। ਜੇ ਕੱਲ੍ਹ ਨੂੰ ਕਾਂਗਰਸ ਦੀ ਸਰਕਾਰ ਆਏਗੀ ਤਾਂ ਉਹ ਵੀ ਕਹੇਗੀ ਕਿ ਵਿਸ਼ਵ ਵਿੱਚ ਅਸੀਂ ਜ਼ਿਆਦਾ ਸਿਰ ਉੱਚਾ ਕੀਤਾ। ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਸਰਕਾਰਾਂ ਰਹੀਆਂ ਤਾਂ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਸਾਡੇ ਵੇਲੇ ਜਿਹੜਾ ਦੇਸ਼ ਦਾ ਸਿਰ ਉੱਚਾ ਹੋਇਆ, ਅਸੀਂ ਆਰਥਿਕਤਾ ਨੂੰ ਬਹੁਤ ਉੱਚਾ ਲੈ ਕੇ ਗਏ ਹਾਂ। ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਕਿ ਜੋ ਆਰਥਿਕਤਾ ਦੇ ਮਾਮਲੇ ਵਿੱਚ ਪਾਲਿਸੀਆਂ ਜਿਹੜੀਆਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਅਡਾਪਟ ਕੀਤੀਆਂ ਗਈਆਂ ਉਹ ਬਾਅਦ ਵਿੱਚ ਜਿਹੜੀਆਂ ਉਸ ਤਰ੍ਹਾਂ ਦੀਆਂ ਨੀਤੀਆਂ ਸਰਕਾਰ ਉਹਨਾਂ ਨੂੰ ਲਾਗੂ ਨਹੀਂ ਹੈ ਕਰ ਸਕੀ ਪਿਛਲੇ 7-8 ਸਾਲਾਂ ਦੇ ਵਿੱਚ। ਪਰ ਪ੍ਰਧਾਨ ਮੰਤਰੀ ਹੋਣਾ ਨੇ ਇਹੀ ਗੱਲ ਕਹੀ ਹੈ ਵਾਰ-ਵਾਰ ਦੇਸ਼ ਵਾਸੀਆਂ ਦੇ ਸਾਹਮਣੇ ਕਿ ਸਾਡੀ ਜਿਹੜੀ ਸਰਕਾਰ ਹੈ ਅਸੀਂ ਉਹਦੇ ਵਿੱਚ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ, ਦੇਸ਼ ਨੂੰ ਅਸੀਂ
ਵਰਲਡ ਆਰਡਰ ਦੇ ਵਿੱਚ ਉਹਨੂੰ ਉੱਚੀ ਸਥਿਤੀ ਦੇ ਉੱਤੇ ਲੈ ਕੇ ਗਏ ਹਾਂ ਔਰ ਸਰਬਪੱਖੀ ਜਿਹੜਾ ਵਿਕਾਸ ਹੈ ਉਸ ਨੂੰ ਅਸੀਂ ਯਕੀਨੀ ਬਣਾ ਕੇ ਚੱਲ ਰਹੇ ਹਾਂ। ਹੁਣ ਦੇਖੋ, ਕੋਈ ਰਾਜਨੀਤਿਕ ਪਾਰਟੀ ਆਪਣੇ ਭਾਸ਼ਣ ਨੂੰ ਵਧੀਆ ਕਹੇ, ਉਹਦੀ ਤਾਰੀਫ ਕਰੇ, ਸਮਝ ਆਉਂਦੀ ਹੈ। ਮੈਂ ਟੀਵੀ ਦੇਖ ਰਿਹਾ ਸੀ ਜੀ, ਕੁਝ ਨਿਊਜ਼ ਚੈਨਲਸ ਨੇ ਇੰਡੀਆ ਦੇ, ਉਹ ਇਸ ਭਾਸ਼ਣ ਨੂੰ ਇੱਦਾਂ ਪ੍ਰੈਜ਼ੈਂਟ ਕਰ ਰਹੇ ਨੇ ਕਿ ਪਤਾ ਨਹੀਂ ਕੋਈ ਨਵਾਂ ਇਤਿਹਾਸ ਸਿਰਜਤਾ ਹੋਵੇ ਪ੍ਰਧਾਨ ਮੰਤਰੀ ਨੇ, ਤੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜਿਹੜਾ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ ਸੀ ਉਹ ਬਿਲਕੁਲ ਬੇਕਾਰ ਸੀ, ਤੇ ਇਹ ਜਿਹੜਾ ਭਾਸ਼ਣ ਹੈ ਇਹ ਤਾਂ ਇਤਿਹਾਸਿਕ ਭਾਸ਼ਣ ਹੈ। ਅਸਲ 'ਚ ਵਾਸੂ ਜੀ ਗੱਲ ਕੀ ਹੈ ਕਿ ਮੀਡੀਆ ਜਿਹੜਾ ਨਾ ਉਹ ਪਲੈਨਡ ਮੀਡੀਆ ਹੈ, ਉਹਨੂੰ ਮਤਲਬ ਮੀਡੀਆ ਨੂੰ ਸ਼ੀਸ਼ੇ 'ਚ ਉਤਾਰਿਆ ਹੋਇਆ ਹੈ। ਮੈਕਸੀਮਮ ਜਿਹੜਾ ਮੀਡੀਆ ਉਹ, ਕਿਉਂਕਿ ਉਹਦੇ ਉੱਤੇ ਤਾਂ ਇਲਜ਼ਾਮ ਹੀ ਇਹ ਲੱਗਦੇ ਆ, ਉਸ ਨੂੰ ਗੋਦੀ ਮੀਡੀਆ ਦੇ ਨਾਂ ਨਾਲ ਜਿਹੜਾ ਬੁਲਾਇਆ ਜਾ ਰਿਹਾ ਉਸ ਮੀਡੀਆ ਨੂੰ, ਕਿਉਂਕਿ ਉਹਨਾਂ ਦੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਕਾਰਨ ਜਾਂ ਢੰਗ ਤਰੀਕਾ ਹੀ ਨਹੀਂ ਹੈ ਪ੍ਰਸ਼ੰਸਾ ਕਰਨ ਤੋਂ ਇਲਾਵਾ ਜਾਂ ਸੋਹਲੇ ਗਾਉਣ ਤੋਂ ਇਲਾਵਾ। ਔਰ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਆਲੋਚਨਾ ਹੈ, ਇਹ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਹੋਣਾ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜੀ ਆਲੋਚਨਾ ਕਰਨੀ ਹੈ ਜੀ ਕਿਸੇ ਸਰਕਾਰ ਦੀ, ਉਹ ਤਾਂ ਚੰਗੀ ਗੱਲ ਹੈ, ਪਰ ਜਿਹੜੀ ਅੱਖਾਂ ਮੀਟ ਕੇ ਗੱਲ ਕਰਦੇ ਆ ਉਹ ਅੰਧਾਪਣ ਹੈ। ਹੁਣ ਅੱਖਾਂ ਮੀਟ ਕੇ ਵਾਲੀ ਆਲੋਚਨਾ ਕਿਹੜੀ ਹੈ ਤੇ ਅੱਖਾਂ ਖੋਲ ਕੇ ਵਾਲੀ ਆਲੋਚਨਾ ਕਿਹੜੀ ਹੈ? ਮਤਲਬ ਇਹ ਗੱਲ ਜਿਹੜੀ ਹੈ, ਇਹਦੇ ਵਿੱਚ ਦੋਨਾਂ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਨਖੇੜਾ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਸਕੇ। ਜ਼ਿਆਦਾ ਤਵਾ ਜਿਹੜਾ ਉਹਨਾਂ ਨੇ ਲਾਇਆ ਆਪਣੇ ਭਾਸ਼ਣ ਦੇ ਵਿੱਚ ਜਾਂ ਆਪਣੀ ਗੱਲ ਦੇ ਬਾਅਦ ਦੇ ਵਿੱਚ, ਜਿਸ ਚੀਜ਼ ਨੂੰ ਸਾਰੇ ਮੀਡੀਆ ਨੇ ਉਛਾਲਿਆ ਔਰ ਸਾਰੇ ਚੈਨਲਾਂ ਦੇ ਉੱਤੇ ਜਿਹੜਾ ਦਿਨ ਭਰ ਜਿਹੜੀ ਚੀਜ਼ ਚੱਲਦੀ ਰਹੀ ਆ, ਉਹ ਇਹੀ ਹੈ ਕਿ ਸਾਰਾ ਤਵਾ ਕਾਂਗਰਸ ਦੇ ਉੱਤੇ ਲਾਇਆ ਗਿਆ। ਕਿਉਂਕਿ ਜੇ ਇਸ ਵੇਲੇ ਅੱਜ ਦੀ ਘੜੀ ਦੇਸ਼ ਦੇ ਵਿੱਚ ਕੋਈ ਵਿਰੋਧੀ ਪਾਰਟੀ ਖੜੀ ਹੈ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ, ਤਾਂ ਉਹ ਕਾਂਗਰਸ ਹੀ ਹੈ। ਚਾਹੇ ਉਹਦੀ ਹਾਲਤ ਕੁਛ ਵੀ ਹੈ, ਚਾਹੇ ਉਹਦੇ MP ਕਿੰਨੇ ਵੀ ਹੈ, ਚਾਹੇ ਜੋ ਵੀ ਉਹਦੀ ਪੋਜੀਸ਼ਨ ਹੈ, ਪਰ ਇਸ ਵੇਲੇ ਵਿਰੋਧੀ ਪਾਰਟੀ ਦੀ ਸਥਿਤੀ ਦੇ ਵਿੱਚ ਉਹ ਹੀ ਖੜੀ ਹੈ। ਔਰ ਉਸ ਨੂੰ ਇਹ ਕਿਹਾ ਗਿਆ ਕਿ ਇਹ ਟੁਕੜੇ ਟੁਕੜੇ ਗੈਂਗ ਦੀ ਲੀਡਰ ਹੈਗੀ ਹੈ ਕਾਂਗਰਸ, ਟੁਕੜੇ ਟੁਕੜੇ ਗੈਂਗ ਹੈ, ਇਹਦੇ 'ਚ ਸਾਰੇ ਆਪੋ ਆਪਣੇ ਇਹਨਾਂ ਦੇ ਜਿਹੜੇ ਧੜਿਆਂ ਦੀ ਇਹ ਅਗਵਾਈ ਕਰੀ, ਵੱਖਰੇ ਵੱਖਰੇ ਧੜੇ, ਕੋਈ ਕਿਸੇ ਪਾਸੇ ਜਾ ਰਿਹਾ, ਕੋਈ ਕਿਸੇ ਪਾਸੇ ਜਾ ਰਿਹਾ। ਮਤਲਬ ਇਸ ਤਰ੍ਹਾਂ ਦਾ ਢੰਗ ਤਰੀਕਾ ਲੈ ਕੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਜਾਣਾ ਤੇ ਫਿਰ ਮੀਡੀਆ ਦਾ ਉਸ ਚੀਜ਼ ਨੂੰ ਹੋਰ ਉਛਾਲਿਆ ਜਾਣਾ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਉਹਦਾ ਅਕਸ ਹੈ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨਾ, ਕਈ ਵਾਰੀ ਉਹ ਇਹ ਵੀ ਨਖੇੜਾ ਨਹੀਂ ਕਰ ਸਕਦੇ ਕਿ ਇਹ ਜਿਹੜਾ ਚੈਨਲ ਗੱਲ ਕਰ ਰਿਹਾ ਇਹ ਸੱਚੀ ਕਰ ਰਿਹਾ ਕਿ ਝੂਠੀ ਕਰ ਰਿਹਾ, ਇਹ ਠੀਕ ਕਰ ਰਿਹਾ ਕਿ ਗਲਤ ਕਰ ਰਿਹਾ। ਅਕਸਰ ਲੋਕ ਜੋ ਸੁਣਦੇ ਆ ਉਹਦੇ ਵਿੱਚੋਂ ਕਈ ਵਾਰੀ ਕੁਝ ਚੀਜ਼ਾਂ ਨੂੰ ਬੰਦਾ ਕਬੂਲ ਵੀ ਕਰ ਲੈਂਦਾ ਹੈ। ਜ਼ਿਆਦਾ ਲੋਕ ਜਿਹੜੇ ਉਹ ਇੰਨੇ ਜਾਗਰੂਕ, ਇੰਨੇ ਚੌਕਸ ਨਹੀਂ ਹੁੰਦੇ ਕਿ ਉਹ ਇਹ ਸਮਝ ਸਕਣ ਕਿ ਜੋ ਇਸ ਚੈਨਲ ਦੀ ਸੋਚ ਆ ਉਹਦੇ ਪਿੱਛੇ ਕੀ ਚੀਜ਼ ਹੈ। ਪਰ ਉਹਨੂੰ ਪ੍ਰੈਜ਼ੈਂਟ ਇਸ ਢੰਗ ਦੇ ਨਾਲ ਹੀ ਕੀਤਾ ਗਿਆ ਜਿਵੇਂ ਇੱਕ ਬਹੁਤ ਜ਼ਿਆਦਾ ਉਹਨੂੰ ਹਾਈਲਾਈਟ ਕੀਤਾ ਗਿਆ ਔਰ ਉਹਨਾਂ ਨੂੰ ਜਿੱਦਾਂ ਮਹਾਨਾਇਕ ਬਣਾ ਕੇ ਪੇਸ਼ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ। ਤੇ ਦੂਜੇ ਪਾਸੇ ਕਾਂਗਰਸ ਨੂੰ, ਕਾਂਗਰਸ ਦੀ ਲੀਡਰਸ਼ਿਪ ਨੂੰ, ਉਹਨਾਂ ਦਾ ਜਿਹੜਾ ਭੰਡੀ ਪ੍ਰਚਾਰ ਜਾਂ ਉਹਨਾਂ ਦੀ ਆਲੋਚਨਾ ਕਰਨੀ ਔਰ ਇਹ ਗੱਲ ਕਹਿਣੀ ਕਿ ਕਾਂਗਰਸ ਨੂੰ 100 ਸਾਲ ਤੱਕ ਸੱਤਾ 'ਚ ਹੀ ਨਹੀਂ ਆਉਣ ਦੇਵਾਂਗੇ, ਇਹ ਕਿੰਨੀ ਵੱਡੀ ਗੱਲ ਹੈ ਜੀ। ਹਾਂਜੀ ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਤੇ ਸਾਰਾ ਐਨਾਲਿਸਿਸ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫੇਰ ਗੱਲਬਾਤ ਕਰਾਂਗੇ ਜੀ। ਠੀਕ ਹੈ ਜੀ, ਧੰਨਵਾਦ ਵਾਸੂ ਜੀ, ਸਤਿ ਸ਼੍ਰੀ ਅਕਾਲ।